ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1378 ਤੇ ਉੱਤੋਂ 6ਵੇਂ ਨੰਬਰ ਤੋਂ ਬਾਅਦ ਹੈ ਅੰਗ ਨੰਬਰ 1378, ਸ਼ਲੋਕ ਨੰਬਰ 7 ਸ਼ੁਰੂ ਹੋ ਰਿਹਾ 6 ਨੰਬਰ ਤੋਂ ਬਾਅਦ। ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਿਨਾ ਨ ਮਾਰੇ ਘੁੰਮ, ਆਪਨੜੇ ਘਰ ਜਾਈਏ, ਪੈਰ ਤਿਨਾ ਦੇ ਚੁੰਮ। ਫਰੀਦਾ ਜੋ ਤੈਂ ਮੈਨੇ ਤੈਨੂੰ, ਹੇ ਫਰੀਦ ਜੋ ਤੈਨੂੰ ਮੁਕੀਆਂ ਮਾਰਨ, ਤਿਨਾ ਨ ਮਾਰੇ ਘੁੰਮ। ਘੁੰਮਦਾ ਮੁੜ ਕੇ ਉਹਨਾਂ ਨੂੰ ਤੂੰ ਮੁਕੀਆਂ ਨਾ ਮਾਰ। ਬੇਨੇ ਮੇਰੇ ਮੁੱਕੀ ਮਾਰੀ ਮੈਂ ਵੀ ਤਾਂ ਮਾਰਾਂਗਾ, ਨਹੀਂ। ਜੋ ਤੈਨੂੰ ਮੁਕੀਆਂ ਮਾਰਨ ਜਾਂ ਮਾਰਦੇ ਹਨ, ਉਹਨਾਂ ਨੂੰ ਘੁੰਮ ਕੇ ਨਾ ਮਾਰ। ਆਪ ਨੜਾਏ ਘਰ ਜਾਈਏ, ਪੈਰ ਤਿਨਾਂ ਦੇ ਚੁੰਮ। ਸਗੋਂ ਉਹਨਾਂ ਦੇ ਪੈਰ ਚੁੰਮ ਕੇ ਆਪਣੇ ਘਰ ਚਲੇ ਜਾਓ। ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਧਾਰਮਿਕ ਬੰਦਾ ਹੁੰਦਾ ਹੈ, ਇਹ 'ਚ ਬਦਲੇ ਦੀ ਭਾਵਨਾ ਨਹੀਂ ਹੁੰਦੀ। ਸੰਸਾਰੀ ਬੰਦੇ 'ਚ ਬਦਲੇ ਦੀ ਭਾਵਨਾ ਹੁੰਦੀ ਹੈ, ਵੀ ਇਹਨੇ ਮੈਨੂੰ ਐਂ ਕਿਹਾ ਮੈਂ ਵੀ ਐਂ ਹੀ ਕਰਨਾ ਇਹਦੇ ਨਾਲ। ਦਸਮ ਪਾਤਸ਼ਾਹ ਵੀ ਕਹਿੰਦੇ ਸਨ ਸਿੱਖ ਨੂੰ ਕਿ ਤੂੰ ਤਲਵਾਰ 'ਤੇ ਹੱਥ ਉਦੋਂ ਪਾਉਣੇ ਜਦੋਂ ਹੋਰ ਕੋਈ ਹੀਲਾ ਵਸੀਲਾ ਨਾ ਰਹੇ। ਵੀ ਜਿਹੜਾ ਦੁਸ਼ਮਣ ਹੈ, ਤੈਨੂੰ ਤੰਗ ਕਰਨ ਵਾਲਾ ਹੈ, ਤੇਰੇ ਤਰਲੇ ਮਿੰਨਤਾਂ ਨਾਲ ਵੀ ਨਹੀਂ ਠੀਕ ਹੁੰਦਾ, ਤੇਰੇ ਸਮਝਾਉਣ ਨਾਲ ਵੀ ਠੀਕ ਨਹੀਂ ਹੁੰਦਾ, ਤੇਰੇ ਨਾਲ ਫਿਰ ਵੀ ਧੱਕਾਸ਼ਾਹੀ ਕਰਦਾ, ਫਿਰ ਠੀਕ ਹੈ। ਨਹੀਂ ਤੇ ਨਿਮਰਤਾ ਧਾਰਨ ਕਰਨੀ ਹੈ, ਸਹਿਨ ਸ਼ਕਤੀ ਰੱਖਣੀ ਹੈ। ਕਈ ਵਾਰੀ ਧਾਰਮਿਕ ਬੰਦਿਆਂ ਨੂੰ ਲੋਕ ਅਵਾ ਤਵਾ ਬੋਲ ਦਿੰਦੇ ਹਨ। ਧਾਰਮਿਕ ਲੋਕ ਅੱਗੋਂ ਅਵਾ ਤਵਾ ਨਹੀਂ ਬੋਲਦੇ, ਕਿਉਂਕਿ ਉਹਨਾਂ 'ਚ ਸਹਿਨ ਸ਼ਕਤੀ ਹੁੰਦੀ। ਪਰਮਾਤਮਾ ਦਾ ਨਾਮ ਮਨੁੱਖ ਦੇ ਵਿੱਚ ਸਹਿਨ ਸ਼ਕਤੀ ਪੈਦਾ ਕਰਦਾ ਹੈ। ਫਿਰ ਜੋ ਸਹਿਨ ਸ਼ਕਤੀ ਹੁੰਦੀ ਹੈ, ਉਹ ਫਿਰ ਉਹਨਾਂ ਦੇ ਅਵਾ ਤਵਾ ਦਾ ਜਵਾਬ ਨਹੀਂ ਦਿੰਦੇ। ਹਾਂ, ਸਿਆਣੇ ਕਿ ਜੇ ਪਾਣੀ ਸਿਰੋਂ ਲੰਘਣ ਲੱਗਦਾ ਫਿਰ ਤਾਂ ਹੀਲਾ ਵਸੀਲਾ ਕਰਨਾ ਹੀ ਪੈਂਦਾ ਹੈ। ਆਹ ਸਮਝਾਇਆ ਇੱਥੇ ਕਿ ਭਾਈ ਜੇ ਤੇਰੇ ਨਾਲ ਕੋਈ ਵਾਅਦਾ ਕਰਦਾ, ਤੈਨੂੰ ਮੁੱਕੀਆਂ ਮਾਰਦਾ, ਉਹਨੂੰ ਮੁੜ ਕੇ ਮੁੱਕੀਆਂ ਨਾ ਮਾਰ, ਸਗੋਂ ਉਸ ਤੋਂ ਮਾਫੀ ਮੰਗ, ਪੈਰ ਚੁੰਮ ਅਤੇ ਆਪਣੇ ਘਰ ਨੂੰ ਚਲਿਆ ਜਾ। ਭਾਵ ਕਹਿੰਦਾ ਹੈ ਕਿ ਬਦਲੇ ਦੀ ਭਾਵਨਾ ਨਹੀਂ ਰੱਖਣੀ, ਮਾਫ ਕਰਨ ਦੀ ਭਾਵਨਾ ਰੱਖਣੀ ਹੈ। ਫਰੀਦਾ ਜਾਂ ਤੋ ਖਟਣ ਵੇਲ, ਤਾਂ ਤੂੰ ਰੱਤਾ ਦੁਨੀ ਸਿਉ। ਮਰਗ ਸਵਾਈ ਨੀ, ਜਾਂ ਭਰਿਆ ਤਾਂ ਲੱਦਿਆ। ਜਾਂ ਮੈਨੇ ਜਦੋਂ, ਤੋ ਮੈਨੇ ਤੇਰਾ, ਜਾਂ ਤੋ ਖਟਣ ਵੇਲ, ਵੇਲ ਮੈਨੇ ਵੇਲਾ। ਜਦੋਂ ਤੇਰਾ ਨਾਮ ਜਪਣ ਦਾ ਵੇਲਾ ਸੀ, ਨਾਮ ਦੀ ਖੱਟੀ ਖੱਟਣ ਦਾ ਵੇਲਾ ਸੀ, ਤਾਂ ਤੂੰ ਰੱਤਾ ਦੁਨੀ ਸੀ। ਉਦੋਂ ਤੂੰ ਸੰਸਾਰ ਨਾਲ ਰਚਿਆ ਮਿਚਿਆ ਸੀ, ਤੂੰ ਸੰਸਾਰਕ ਕੰਮਾਂ ਦੇ ਵਿੱਚ ਹੀ ਲੱਗਾ ਹੋਇਆ ਸੀ। ਕੁਦਰਤੀ ਗੱਲ ਹੈ, ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਕਹਾਵਤ ਵੇਲੇ ਦੀ ਇੱਕ, ਕਵੇਲੇ ਦੀ 100। ਲੋਹਾ ਗਰਮ ਹੈ, ਇੱਕ ਸੱਟ ਮਾਰੋਗੇ ਉਸ 'ਤੇ ਅਸਰ ਹੋ ਜਾਏਗਾ। ਲੋਹਾ ਠੰਡਾ ਹੈ, ਜਿੰਨੀ ਮਰਜ਼ੀ ਸੱਟਾਂ ਮਾਰੀ ਜਾਓ। ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਤੁਹਾਡਾ ਕਮੀਜ਼ ਥੋੜ੍ਹਾ ਜਿਹਾ ਪਾਟ ਗਿਆ ਹੈ, ਹੋ ਸਕਦਾ ਇੱਕ ਦੋ ਤੋਪੇ ਨਾਲ ਹੀ ਸਰ ਜਾਏ। ਜੇ ਤੁਸੀਂ ਕਾਫੀ ਦੇਰ ਨਹੀਂ ਸਿਵੋਗੇ ਤਾਂ ਫਿਰ ਇੰਗਲਿਸ਼ ਵਾਲੇ ਕਹਿੰਦੇ ਏ ਸਟਿਚ ਇਨ ਟਾਈਮ ਸੇਵਜ਼ 9। ਨਹੀਂ ਤਾਂ ਫਿਰ 9 ਤੋਪੇ ਲਾਉਣੇ ਪੈਣਗੇ। ਅਤੇ ਜੇ ਤੁਸੀਂ ਵੇਲੇ ਸਿਰ ਲਾ ਲਓਗੇ ਫਿਰ 9 ਤੋਪੇ ਬਚ ਜਾਣਗੇ। ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ। ਹੁਣ ਜਵਾਨੀ ਹੈ, ਚਲੋ
ਬਚਪਨ 'ਚ ਤਾਂ ਹਰ ਇੱਕ ਨੂੰ ਗਿਆਨ ਨਹੀਂ ਹੁੰਦਾ। ਜਵਾਨ ਹੋਣ ਤੱਕ ਗਿਆਨ ਹੋ ਜਾਂਦਾ ਬੰਦੇ ਨੂੰ, ਸਤਸੰਗ ਕਰਕੇ, ਬਾਣੀ ਪੜ੍ਹ ਕੇ, ਸੁਣ ਕੇ, ਕਿ ਭਾਈ ਮੈਂ ਤਾਂ ਨਾਮ ਦੀ ਕਮਾਈ ਕਰਨੀ ਹੈ, ਮੈਂ ਤਾਂ ਨਾਮ ਧਨ ਇਕੱਠਾ ਕਰਨਾ। ਜਦੋਂ ਨਾਮ ਜਪਣ ਦਾ ਵੇਲਾ ਹੈ, ਨਾਮ ਧਨ ਇਕੱਠਾ ਕਰਨ ਦਾ ਵੇਲਾ ਹੈ, ਉਹਦੇ ਕਿਤੇ ਹੇ ਇਨਸਾਨ ਤੂੰ ਦੁਨੀਆ ਨਾਲ ਰੰਗਿਆ ਹੋਇਆ ਹੈ, ਭਾਵ ਸੰਸਾਰਿਕ ਕੰਮਾਂ 'ਚ ਲੱਗਾ ਹੋਇਆ ਹੈ, ਨਾਮ ਨਹੀਂ ਜਪਦਾ। ਮਰਗ ਸਵਾਈ ਨਹੀਂ, ਸਵਾਈ ਹੁੰਦਾ ਵੱਧੇ ਜਾਣਾ, ਸਵਾ ਗੁਣਾ ਹੋ ਜਾਣਾ। ਮਰਗ ਮੈਨੇ ਮੌਤ, ਮੌਤ ਦੀ ਨੀਂਹ ਉੱਚੀ ਹੋ ਰਹੀ ਹੈ ਦਿਨੋਂ ਦਿਨ, ਮੌਤ ਦੀ ਨੀਂਹ ਵੱਧ ਰਹੀ ਹੈ। ਜਾਂ ਭਰਿਆ ਤਾਂ ਲੱਦਿਆ। ਜਦੋਂ ਤੇਰੇ ਸਵਾਸ ਪੂਰੇ ਹੋ ਜਾਣੇ ਨੇ, ਉਦੋਂ ਤੂੰ ਇੱਥੋਂ ਤੁਰ ਜਾਣਾ, ਲੱਦਿਆ ਮੈਨੇ ਤੁਰ ਜਾਣਾ। ਜਦੋਂ ਸਵਾਸਾਂ ਦਾ ਪਿਆਲਾ ਤੇਰਾ ਭਰ ਗਿਆ, ਤੂੰ ਇੱਥੋਂ ਤੁਰ ਜਾਣਾ। ਮੌਤ ਤੇਰੇ ਨੇੜੇ ਆ ਰਹੀ ਹੈ, ਮੌਤ ਦਿਨੋਂ ਦਿਨ ਨੇੜੇ ਆ ਰਹੀ ਹੈ। ਜਿੱਦੇ ਫਿਰ ਤੇਰੇ ਸਵਾਸ ਪੂਰੇ ਹੋ ਗਏ, ਤੂੰ ਇੱਥੋਂ ਤੁਰ ਜਾਣਾ, ਸਦਾ ਨਹੀਂ ਬੈਠੇ ਰਹਿਣਾ। ਇਸ ਲਈ ਨਾਮ ਜਪਣ ਦਾ ਵੇਲਾ ਕਦੇ ਨਾਮ ਜਪ ਲੈ। ਇਹ ਸੰਸਾਰ 'ਚ ਹੀ ਨਾ ਲੱਗਾ ਰਹਿ ਦਿਨ ਰਾਤ। ਸਮਝਾਇਆ। ਹੁਣ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹੁੰਦੇ ਨੇ, ਉਹਨਾਂ ਨੂੰ ਬਚਪਨ 'ਚ ਹੀ ਗਿਆਨ ਹੋ ਜਾਂਦਾ ਹੈ। ਪ੍ਰਹਲਾਦ ਵਰਗਿਆਂ ਨੂੰ ਬਚਪਨ 'ਚ ਹੀ ਗਿਆਨ ਹੋ ਗਿਆ ਹੈ। ਕਈਆਂ ਨੂੰ ਬਚਪਨ 'ਚ ਗਿਆਨ ਹੈ, ਕਿਉਂਕਿ ਪਿਛਲੇ ਜਨਮਾਂ ਦੀ ਬੜੀ ਕਮਾਈ ਹੁੰਦੀ ਹੈ। ਬਾਕੀਆਂ ਨੂੰ ਭਾਈ ਸਤਸੰਗ ਕਰਕੇ ਫਿਰ ਗਿਆਨ ਹੁੰਦਾ ਹੈ। ਅਤੇ ਕਈਆਂ ਨੂੰ ਗਿਆਨ ਹੋ ਜਾਂਦਾ ਹੈ, ਉਸ ਗਿਆਨ ਦੀ ਵਰਤੋਂ ਨਹੀਂ ਕਰਦੇ, ਧੱਕੇ ਖਾਂਦੇ ਰਹਿੰਦੇ ਹਨ। ਗਿਆਨ ਹੋਣ ਤੋਂ ਬਾਅਦ ਜਦੋਂ ਮਨੁੱਖ ਅਗਿਆਨੀਆਂ ਵਾਲੇ ਕੰਮ ਕਰਦਾ ਹੈ, ਫਿਰ ਉਹਨੂੰ ਮੂਰਖ ਕਹਿ ਵੀ ਤੈਨੂੰ ਤਾਂ ਪਤਾ ਸੀ, ਇਹ ਤਾਂ ਪਤਾ ਸੀ ਵੀ ਭਾਈ ਨਾਮ ਜਪਣਾ। ਪਤਾ ਹੋਣ ਦੇ ਬਾਅਦ ਤੂੰ ਕਿਉਂ ਨਹੀਂ ਜਪਿਆ? ਉਹ ਤਾਂ ਕਹਿੰਦੇ ਹਾਥ ਦੀਪ ਕੂਏਂ ਪਰ, ਵੀ ਹੱਥ ਦੀਪ ਹੈ ਫਿਰ ਖੂਹ ਡਿੱਗ ਰਿਹਾ। ਭਾਵ ਗਿਆਨ ਹੈ ਕਿ ਜਿਹੜਾ ਮੈਂ ਕੰਮ ਕਰਨ ਲੱਗਾ ਇਹ ਮਾੜਾ ਹੈ, ਫਿਰ ਵੀ ਕਰੇ ਬੰਦਾ, ਫਿਰ ਵੀ ਕਰੇ। ਸੋ ਜਦੋਂ ਵੀ ਸੋਝੀ ਆ ਜਾਏ, ਉਦੋਂ ਹੀ ਭਜਨਪਤੀ ਕਰਨ ਲੱਗ ਜਾਣੀ ਚਾਹੀਦੀ ਹੈ। ਇਹ ਨਹੀਂ ਕੱਲ੍ਹ ਤੋਂ ਸ਼ੁਰੂ ਕਰਾਂਗਾ ਜੀ, ਸੋਮਵਾਰ ਤੋਂ ਸ਼ੁਰੂ ਕਰਾਂਗਾ ਜੀ, 1 ਜਨਵਰੀ ਤੋਂ ਸ਼ੁਰੂ ਕਰਾਂਗਾ ਜੀ, ਜਾਂ ਕੁੜੀ ਦਾ ਵਿਆਹ ਕਰਕੇ ਫਿਰ ਸ਼ੁਰੂ ਕਰਾਂਗਾ ਜੀ, ਜੇ ਰਿਟਾਇਰ ਹੋ ਕੇ ਸ਼ੁਰੂ ਕਰਾਂਗਾ। ਇਹ ਸਭ ਬਹਾਨੇਬਾਜ਼ੀ ਹੁੰਦੀ, ਇਹ ਬਹਾਨੇਬਾਜ਼ੀ ਹੈ। ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇ ਤਾਲ, ਕਿ ਜਿਹੜਾ ਤੂੰ ਕੱਲ੍ਹ ਨੂੰ ਕਰਨਾ ਉਹਨੂੰ ਅੱਜ ਕਰ, ਜਿਹੜਾ ਅੱਜ ਕਰਨਾ ਉਹਨੂੰ ਹੁਣੇ ਕਰ। ਕਰ ਇੰਗਲਿਸ਼ ਵਾਲੇ ਵੀ ਕਹਿੰਦੇ ਨੇ, ਡੂ ਨਾਟ ਪੁੱਟ ਆਫ ਟਿਲ ਟਮਾਰੋ ਵਟ ਯੂ ਕੈਨ ਡੂ ਟੂਡੇ। ਜੋ ਤੁਸੀਂ ਅੱਜ ਕਰ ਸਕਦੇ ਹੋ, ਇਸ ਨੂੰ ਕੱਲ੍ਹ 'ਤੇ ਨਾ ਪਾਓ ਵੀ ਕੱਲ੍ਹ ਨੂੰ ਕਰਾਂਗੇ, ਅੱਜ ਹੀ ਕਰੋ। ਸੋ ਤਾਂ ਉਹਨਾਂ ਸਮਝਾਇਆ ਵੀ ਜਦੋਂ ਨਾਮ ਧਨ ਖੱਟਣ ਦਾ ਵੇਲਾ ਸੀ, ਉਦੋਂ ਤੂੰ ਸੰਸਾਰ 'ਚ ਲੱਗਾ ਰਿਹਾ। ਤੈਨੂੰ ਗਿਆਨ ਹੀ ਨਹੀਂ ਕਿ ਤੇਰੀ ਮੌਤ ਨੇੜੇ ਆ ਰਹੀ ਹੈ। ਮੌਤ ਜਿਹੜੀ ਨੀਂਹ ਹੈ, ਉਹ ਤੋਂ ਦਿਨੋਂ ਦਿਨ ਉੱਚੀ ਹੋ ਰਹੀ ਹੈ। ਜਿਸ ਦਿਨ ਇਹ ਸਵਾਸ ਪੂਰੇ ਹੋ ਜਾਣੇ ਨੇ, ਕਹਿ ਤੂੰ ਇੱਥੋਂ ਤੁਰ ਜਾਣਾ ਹੈ। ਇਸ ਲਈ ਨਾਮ ਜਪਣ ਦਾ ਵੇਲਾ ਹੈ, ਨਾਮ ਜਪਣਾ। ਅੱਗੇ ਕਹਿੰਦੇ, ਦੇਖ ਫਰੀਦਾ ਜੋ ਥੀਆ, ਦਾੜੀ ਹੋਈ ਭੂਰ, ਅੱਗਾ ਨੇੜਾ ਆਇਆ। ਇਹਨੂੰ ਅੱਗੋਂ ਨਹੀਂ ਪੜ੍ਹਨਾ, ਅੱਗਾ, ਅੱਗਾ ਪਿੱਛਾ ਹੁੰਦਾ ਨਾ। ਅੱਗਾ ਨੇੜਾ ਆਇਆ, ਪਿੱਛਾ ਰਿਹਾ ਦੂਰ। ਭੂਰ ਹੁੰਦੀ ਚਿੱਟੀ। ਦੇਖ ਫਰੀਦਾ ਜੋ ਥੀਆ, ਦੇਖ ਫਰੀ ਕਹਿੰਦੇ ਕੀ ਹੋਇਆ? ਦਾੜੀ ਹੋਈ ਭੂਰ, ਦਾੜੀ ਚਿੱਟੀ ਹੋ ਗਈ, ਪਰ ਬੁੱਢਾ ਹੋ ਗਿਆ। ਚਿੱਟੀ ਦਾੜੀ ਬੁਢਾਪੇ ਦੀ ਨਿਸ਼ਾਨੀ ਹੈ। ਠੀਕ, ਕੁਝ ਬਿਮਾਰੀਆਂ ਕਾਰਨ ਛੇਤੀ ਚਿੱਟੀ ਹੋ ਜਾਂਦੀ ਹੈ, ਨਹੀਂ ਤਾਂ ਆਮ ਤੌਰ 'ਤੇ ਉਮਰ ਦੇ ਨਾਲ ਦਾੜੀ ਚਿੱਟੀ ਹੁੰਦੀ ਹੈ। ਜੋ ਵੱਡੀ ਉਮਰ ਹੋਈ ਹੈ, ਪਹਿਲਾਂ ਥੋੜ੍ਹੇ ਚਿੱਟੇ ਵਾਲ ਹੁੰਦੇ, ਫਿਰ ਹੌਲੀ 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 ਇੱਕ ਸਮਾਂ ਦਾ ਕਾਲਾ ਕੋਈ ਨਹੀਂ ਰਹਿੰਦਾ, ਟੋਟਲ ਚਿੱਟੇ ਹੋ ਜਾਂਦੇ ਹਨ, ਬੁੱਢਾ ਹੋ ਗਿਆ।
देख फरीदा जो थिया, थिया मैंने हो गया, फरीद देख जो हो गया। दाढ़ी होई भूर, दाढ़ी चिट्टी हो गई है, भाव तू बूढ़ा हो गया है। अग्गा नेड़ा आया, पिछा रहा दूर। अग्गा मौत, मौत दे नेड़े आ गई है। पिछा रहा दूर, जो बचपन से तो बहुत पिछे रह गया, वो बहुत पीछे रह गया है। ये क्यों इस तरह की है? सिर्फ याद कराने लए कि हे इंसान तू नाम नहीं जपिया, एवं रहा तू, तेरी दाढ़ी चिट्टी है, बुढ़ा हो गया तू, मौत तेरे नेड़े आ गई है, बचपन बहुत पीछे रह गया है, भी अजे भी वेला जपला नाम। क्योंकि दाढ़ी चिट्टी दाढ़ी का मतलब है हुण बुढ़ापा आ गया, डैथ। उं तो वैसे तो डैथ कदे भी हो सकती है, ये नहीं कि बुढ़ापे च असीं मरना है जाके। कोई बचपन च मर जाता है, कोई जवानी च मर जाता है, कोई बुढ़ापे च मर जाता है, पर ये गारंटी नहीं कि असीं बुढ़े होकर ही मरांगे, ये नहीं। बाणी च उदाहरण दित्ती है, जिवें किसान है, उन्हें फसल बीजी है, ਉਹਦੀ ਮਰਜ਼ੀ ਕੱਚੀ ਵੱਢ ਲੈ, ਉਹਦੀ ਮਰਜ਼ੀ ਪੱਕੀ ਵੱਢੇ, ਫਸਲ ਨਹੀਂ ਉਹਨੂੰ ਕਹਿ ਸਕਦੀ ਮੈਨੂੰ ਨਾ ਵੱਢੋ ਜੀ, ਮੈਂ ਜੇ ਕੱਚੀ ਹਾਂ। ਮਾਲਕ ਦੀ ਮਰਜ਼ੀ ਹੈ। ਪਰਮਾਤਮਾ ਸਾਡਾ ਮਾਲਕ ਹੈ, ਉਹ ਸਾਡੀ ਕੱਚੀ ਫਸਲ ਨੂੰ ਬਚਪਨ ਸਾਨੂੰ ਜਿਹੜਾ ਮਾਰ ਸਕਦਾ ਹੈ, ਪੱਕੀ ਜਦੋਂ ਬੁੱਢੇ ਹੋ ਜਦੋਂ ਮਾਰ ਸਕਦਾ, ਉਹਦੀ ਮਰਜ਼ੀ ਹੈ, ਕੱਚੀ ਵੱਢੇ ਪੱਕੀ ਵੱਢੇ। ਆਮ ਤੌਰ 'ਤੇ ਲੋਕ ਉਮੀਦ ਲਾਈ ਬੈਠੇ ਹੁੰਦੇ ਨੇ ਬਈ ਸਾਡੇ 'ਤੇ ਬੁਢਾਪਾ ਆਵੇਗਾ, ਪਰ ਅਜਿਹਾ ਕਈ ਵਾਰੀ ਨਹੀਂ ਹੁੰਦਾ। ਤੁਹਾਡੇ ਸਾਹਮਣੇ ਕਿੰਨੇ ਹੀ ਬੱਚੇ ਰੋਜ਼ ਮਰ ਰਹੇ ਹਨ, ਜਵਾਨ ਮਰ ਰਹੇ ਹਨ। ਸੋ ਇਸ ਲਈ ਇਹ ਉਦਾਹਰਨਾਂ ਦੇ ਦੇ ਕੇ ਮਨੁੱਖ ਨੂੰ ਸਮਝਾਇਆ ਕਿ ਦੇਖ ਤੇਰੀ ਦਾੜੀ ਚਿੱਟੀ ਹੋ ਗਈ ਹੈ, ਤੇਰੀ ਮੌਤ ਨੇੜੇ ਆ ਗਈ ਹੈ, ਤੇਰਾ ਬਚਪਨ ਬਹੁਤ ਦੂਰ ਰਹਿ ਗਿਆ ਹੈ, ਵੀ ਤੂੰ ਅਜੇ ਵੀ ਨਾਮ ਨਹੀਂ ਜਪਦਾ, ਵੀ ਨਾਮ ਜਪ ਲੈ ਭਾਈ। ਅੱਗੇ ਕਹਿੰਦੇ ਦੇਖ ਫਰੀਦਾ ਜੇ ਥੀਆ, ਸ਼ੱਕਰ ਹੋਈ ਵਿਸ਼, ਸਾਈਂ ਬਾਝੋਂ ਆਪਣੇ ਵੇਦਨ ਕਹੀਏ ਕਿਸ। ਸ਼ੱਕਰ ਪਹਿਲਾਂ ਚੀਨੀ ਨਹੀਂ ਸੀ ਹੁੰਦੀ, ਇਹ ਤਾਂ ਅੰਗਰੇਜ਼ ਆਏ, ਮਿੱਲਾਂ ਲੱਗੀਆਂ, ਫਿਰ ਚੀਨੀ ਤਿਆਰ ਹੋਣ ਲੱਗੀ। ਨਹੀਂ ਤਾਂ ਪਹਿਲਾਂ ਗੁੜ ਹੁੰਦਾ ਸੀ, ਫਿਰ ਅੱਗੇ ਸ਼ੱਕਰ ਤਿਆਰ ਹੁੰਦੀ ਸੀ, ਫਿਰ ਹੌਲੀ ਹੌਲੀ ਖੰਡ ਬਣਨ ਲੱਗ ਪਈ ਜਿਹੜੀ ਬਰੀਕ ਜਿਹੀ ਹੁੰਦੀ ਹੈ, ਉਸ ਤੋਂ ਬਾਅਦ ਫਿਰ ਚੀਨੀ ਬਣਨ ਲੱਗੀ, ਮੋਟੀ ਮੋਟੀ ਖੰਡ ਜਿਹੜੀ ਹੁੰਦੀ। ਸੋ ਉਦੋਂ ਸ਼ੱਕਰ ਹੀ ਹੁੰਦੇ ਸੀ। ਆਮ ਤੌਰ 'ਤੇ ਪ੍ਰਾਹੁਣੇ ਨੂੰ ਵੀ ਜਦੋਂ ਆਉਂਦਾ ਸੀ, ਸ਼ੱਕਰ 'ਚ ਘਿਓ ਪਾ ਕੇ ਰੋਟੀ ਨਾਲ ਦਿੰਦੇ ਸੀ। ਕਹਿੰਦੇ ਬੱਲੇ ਬੱਲੇ ਬਈ ਬੜੀ ਸੇਵਾ ਕੀਤੀ, ਮੈਂ ਉੱਥੇ ਗਿਆ, ਮੈਨੂੰ ਸ਼ੱਕਰ 'ਚ ਘਿਓ ਪਾ ਕੇ ਦਿੱਤਾ। ਸੱਸੇ ਤੇਰੀ ਮੱਝ ਮਰ ਜੇ, ਮੇਰੇ ਵੀਰ ਨੂੰ ਸ਼ੱਕਰ ਨਾ ਪਾਈ। ਵੀ ਮੇਰਾ ਭਰਾ ਮੈਨੂੰ ਮਿਲਣ ਆਇਆ ਸੀ, ਤੂੰ ਉਹਨੂੰ ਸ਼ੱਕਰ ਘਿਓ ਨਹੀਂ ਖਾਣ ਨੂੰ ਦਿੱਤਾ, ਇਹਦੇ ਨਾਲ ਕਹਿੰਦਾ ਤੇਰੀ ਮੱਝ ਹੀ ਮਰ ਜੇ ਚੰਗਾ। ਭਾਵ ਉਦੋਂ ਸ਼ੱਕਰ ਦੀ ਵੀ ਕਿੰਨੀ ਮਹਾਨਤਾ ਸੀ। ਹੁਣ ਤਾਂ ਕੋਈ ਵਿਰਲਾ ਟਾਵਾਂ ਹੀ ਖਾਂਦਾ ਹੋਣਾ। ਹੁਣ ਸ਼ੱਕਰ ਖਾਣ ਤੋਂ ਪਹਿਲਾਂ ਅਗਲਾ ਦੇਖਦਾ ਕਿਤੇ ਮੈਨੂੰ ਸ਼ੂਗਰ ਨਾ ਹੋ ਜਾਏ, ਕਿਉਂਕਿ ਜਦੋਂ ਅਸੀਂ ਟੈਸਟ ਕਰਾਉਂਦੇ ਕੁਛ ਨਾ ਕੁਛ ਤਾਂ ਗੜਬੜ ਆਵੇਗੀ ਹੀ ਆਵੇਗੀ, ਫਿਰ ਬੰਦਾ ਜਿਹੜਾ ਹੋ ਜਾਂਦਾ ਹੈ। ਦੇਖ ਫਰੀਦਾ ਜੇ ਥੀਆ, ਸ਼ੱਕਰ ਹੋਈ ਵਿਸ਼, ਵਿਸ਼ ਹਿੰਦੀ ਦਾ ਸ਼ਬਦ ਹੈ ਵਿਸ਼, ਜ਼ਹਿਰ। ਸ਼ੱਕਰ ਜ਼ਹਿਰ ਹੋ ਗਈ। ਭਾਵ ਉਹ ਕਰਮ ਜਿਹੜੇ ਸ਼ੱਕਰ ਸਮਝ ਕੇ ਕੀਤੇ ਸਨ, ਮਿੱਠੇ ਸਮਝ ਕੇ ਕੀਤੇ ਸਨ, ਉਹ ਇੱਕ ਜ਼ਹਿਰ ਹੋ ਗਏ। ਕਈ ਵਾਰੀ ਮਨੁੱਖ ਮਾੜੇ ਕੰਮ ਕਰ ਰਿਹਾ ਹੁੰਦਾ, ਪਰ ਉਹਨੂੰ ਬੜੇ ਮਿੱਠੇ ਲੱਗਦੇ ਨੇ, ਉਹਨੂੰ ਬੜੇ ਚੰਗੇ ਲੱਗਦੇ ਨੇ। ਮੰਨ ਲਓ ਇੱਕ ਬੰਦਾ ਸ਼ਰਾਬ ਪੀਂਦਾ ਹੈ, ਜੇ ਉਹਨੂੰ ਚੰਗੀ ਨਾ ਲੱਗੇ ਛੱਡ ਨਾ ਦੇਵੇ, ਉਹਨੂੰ ਚੰਗੀ ਲੱਗਦੀ ਹੈ। ਫੀਮ ਖਾਣ ਨਾਲ ਫੀਮ ਚੰਗੀ ਲੱਗਦੀ ਹੈ, ਭੁੱਕੀ ਵਾਲੇ ਨੂੰ ਭੁੱਕੀ ਚੰਗੀ ਲੱਗਦੀ ਹੈ, ਭੰਗ ਪੀਣ ਵਾਲਿਆਂ ਨੂੰ ਭੰਗ ਚੰਗੀ ਲੱਗਦੀ ਹੈ। ਜਦੋਂ ਉਹਨਾਂ ਨੇ ਚੰਗੀ ਨਹੀਂ ਲੱਗੇਗੀ,
ਫਿਰ ਆਪੇ ਛੱਡ ਜਾਣਗੇ, ਫਿਰ ਛੱਡ ਜਾਣਗੇ। ਇਹ ਮਨੁੱਖ ਜਿਹੜਾ ਹੈ ਸ਼ੱਕਰ ਸਮਝ ਕੇ ਖਾ ਰਿਹਾ ਹੈ, ਪਰ ਉਹ ਵਿਸ਼ ਹੋ ਗਈ ਹੈ, ਜ਼ਹਿਰ ਹੋ ਗਈ। ਉਹ ਸਮਝ ਰਿਹਾ ਆਪਣੇ ਆਪ ਨੂੰ ਮੈਂ ਬਹੁਤ ਵਧੀਆ ਕਰ ਰਿਹਾ ਹਾਂ, ਪਰ ਨਤੀਜਾ ਉਹਦਾ ਮਾੜਾ ਨਿਕਲਦਾ, ਕਿਉਂਕਿ ਕੰਮ ਤਾਂ ਮੰਦੇ ਕਰ ਰਿਹਾ ਪਰ ਉਹਨਾਂ ਨੂੰ ਚੰਗੇ ਸਮਝ ਰਿਹਾ ਹੈ। ਅਤੇ ਗੁਰੂ ਮਹਾਰਾਜ ਕਹਿੰਦੇ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਸੂਨਰ ਲੇਟਰ ਮੰਦਾ ਹੀ ਨਿਕਲਣਾ ਹੁੰਦਾ, ਕਿਉਂਕਿ ਹਰ ਕਰਮ ਦਾ ਨਤੀਜਾ ਤਾਂ ਨਿਕਲਣਾ ਹੀ ਨਿਕਲਣਾ। ਇਹ ਤਾਂ ਹੈ ਨਹੀਂ ਵੀ ਅਸੀਂ ਕਰਮ ਕਰ ਲਿਆ ਅਤੇ ਉਹਦਾ ਫਲ ਨਹੀਂ ਮਿਲਣਾ। ਇਹ ਸੰਸਾਰਕ ਕਰਮ ਨਹੀਂ ਕਿ ਕਈ ਵਾਰੀ ਤੁਸੀਂ ਮੰਨ ਲਓ ਇੱਕ ਬੱਚਾ ਹੈ, ਉਹ ਸਾਰਾ ਸਾਲ ਪੜ੍ਹਦਾ ਰਿਹਾ, ਬੜੀ ਮਿਹਨਤ ਕੀਤੀ, ਹੁਸ਼ਿਆਰ ਵੀ ਬਹੁਤ ਸੀ, ਪੇਪਰਾਂ ਦੇ ਵਿੱਚ ਆ ਕੇ ਮੰਨ ਲਓ ਬਿਮਾਰ ਹੋ ਗਿਆ ਹੈ ਅਤੇ ਫੇਲ ਹੋ ਗਿਆ। ਉਹਦੀ 11 ਮਹੀਨੇ ਦੀ ਕੀਤੀ ਹੋਈ ਮਿਹਨਤ ਐਵੇਂ ਗਈ, ਐਵੇਂ ਗਈ। ਧਰਮ ਅਨੁਸਾਰ ਜੋ ਤੁਸੀਂ ਕਰਮ ਕਰਦੇ ਹੋ ਉਹਦਾ ਨਤੀਜਾ ਨਿਕਲਣਾ ਹੈ। ਜੋ ਕਰਮ ਤੁਸੀਂ ਕਰ ਰਹੇ ਹੋ ਜਾਂ ਕਰ ਲਿਆ ਹੈ ਉਹਦਾ ਫਲ ਤੁਹਾਨੂੰ ਭੋਗਣਾ ਪੈਣਾ, ਚੰਗੇ ਦਾ ਵੀ ਮੰਦੇ ਦਾ ਵੀ। ਇਸ ਲਈ ਸਾਨੂੰ ਬਾਣੀ ਸਾਵਧਾਨ ਕਰਦੀ ਹੈ ਬਈ ਤੂੰ ਸ਼ੱਕਰ ਸਮਝ ਕੇ ਕਰਮ ਕੀਤੇ, ਉਹ ਹੋ ਗਈ ਜ਼ਹਿਰ, ਜ਼ਹਿਰ ਹੋ ਗਈ। ਇੰਦਰੀਆਂ ਦੇ ਸਵਾਦ ਕਾਰਨ ਕਹਿੰਦੇ ਕਰਮ ਕੀਤੇ, ਉਹ ਸ਼ੱਕਰ ਦੀ ਥਾਂ 'ਤੇ ਜ਼ਹਿਰ ਹੋ ਗਏ, ਮਿੱਠੇ ਦੀ ਥਾਂ 'ਤੇ ਜ਼ਹਿਰ ਹੋ ਗਏ। ਸਾਈਂ ਬਾਝੋਂ ਆਪਣੇ ਵੇਦਨ ਕਹੀਏ ਕਿਸ, ਵੇਦਨ ਹੁੰਦਾ ਦੁੱਖ। ਆਪਣੇ ਸਾਈਂ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਆਪਣਾ ਦੁੱਖ ਕਿਸ ਨੂੰ ਦੱਸੀਏ, ਕਹੀਏ ਕਿਸ, ਕਿਸ ਨੂੰ ਕਹੀਏ, ਕਿਸ ਨੂੰ ਦੱਸੀਏ। ਕਿਉਂਕਿ ਦੁੱਖ ਸੁੱਖ ਤੇ ਅਸਲ ਪਰਮਾਤਮਾ ਨਾਲ ਹੀ ਸਾਂਝਾ ਕੀਤਾ ਜਾ ਸਕਦਾ ਹੈ। ਦੂਜਿਆਂ ਕੋਲ ਸਾਡੇ ਦੁੱਖਾਂ ਦਾ ਕੋਈ ਹੱਲ ਨਹੀਂ ਹੈ। ਗੁਰੂ ਕੋਲੇ ਹੱਲ ਹੈ, ਸਾਧੂ ਕੋਲੇ ਹੱਲ ਹੈ, ਪਰਮਾਤਮਾ ਕੋਲੇ ਹੱਲ ਹੈ। ਉਹ ਫਿਰ ਸਮਝਾਉਂਦੇ ਨੇ ਉਸ ਨੂੰ ਕਿ ਭਾਈ ਤੂੰ ਸ਼ੁਭ ਕਰਮ ਕਰ, ਤੂੰ ਮਾੜੇ ਕੰਮ ਛੱਡ ਦੇ ਜੇ ਤੂੰ ਸੁਖੀ ਹੋਣਾ ਚਾਹੁੰਦਾ ਹੈ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਮਨੁੱਖ ਮਾੜੇ ਕੰਮ ਕਰ ਰਿਹਾ ਪਰ ਸੁਖੀ ਹੋਣਾ ਚਾਹੁੰਦਾ ਹੈ, ਸੁਖੀ ਹੋਣਾ ਚਾਹੁੰਦਾ। ਲੋੜ ਹੈ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਜੱਟ ਕਿੱਕਰ ਬੀਜ ਰਿਹਾ ਅਤੇ ਬਿਜਨੌਰ ਇਲਾਕੇ ਦੀਆਂ ਦਾਖਾਂ ਖਾਣਾ ਚਾਹੁੰਦਾ। ਉਸ ਇਲਾਕੇ ਡਰਾਈ ਫਰੂਟ ਬਹੁਤ ਹੁੰਦਾ, ਕਈ ਇਲਾਕੇ ਦੀ ਚੀਜ਼ ਬਹੁਤ ਵਧੀਆ ਹੁੰਦੀ, ਪ੍ਰਸਿੱਧ ਹੋ ਜਾਂਦੀ ਹੈ। ਬਿਜਨੌਰ ਦੀਆਂ ਦਾਖਾਂ ਖਾਣਾ ਚਾਹੁੰਦਾ, ਬੀਜ ਕਿੱਕਰ ਹੈ। ਵੀ ਇਹ ਕਿਵੇਂ ਹੋ ਸਕਦਾ? ਕਿੱਕਰ ਨੂੰ ਤਾਂ ਤੁੱਕੇ ਲੱਗਣਗੇ, ਦਾਖਾਂ ਥੋੜ੍ਹੇ ਲੱਗਣਗੇ। ਇਹ ਮਨੁੱਖ ਮਾੜੇ ਕੰਮ ਕਰਦਾ ਹੈ, ਉਹ 'ਚ ਇਹਨੂੰ ਸਵਾਦ ਆਉਂਦਾ ਹੈ, ਪਰ ਨਤੀਜਾ ਵਧੀਆ ਭਾਲਦਾ ਹੈ। ਐਸਾ ਨਹੀਂ ਹੋ ਸਕਦਾ। ਸ਼ੱਕਰ ਸਮਝ ਕੇ ਖਾਧੀ, ਉਹ ਹੋ ਗਈ ਜ਼ਹਿਰ। ਕਈ ਵਾਰੀ ਮਨੁੱਖ ਸਵਾਦ ਦੇ ਵਿੱਚ ਲੋੜ ਤੋਂ ਵੱਧ ਖਾ ਲੈਂਦਾ, ਫਿਰ ਉਲਟੀਆਂ ਕਰਦਾ ਫਿਰਦਾ, ਆਪੇ ਹੋ ਗਈ ਨਾ ਜ਼ਹਿਰ। ਕਈ ਲੋਕ ਜਿਹੜੇ ਜਾਂਦੇ ਨੇ ਕਿਤੇ, ਸ਼ਰਾਬ ਜ਼ਿਆਦਾ ਪੀ ਲਈ ਲੋੜ ਤੋਂ ਵੱਧ, ਫਿਰ ਉਲਟੀਆਂ ਕਰਦੇ ਰਹਿੰਦੇ ਨੇ, ਫਿਰ ਉਲਟੀਆਂ ਕਰਦੇ। ਉਹੀ ਸ਼ੱਕਰ ਜ਼ਹਿਰ ਹੋ ਗਈ ਹੈ। ਇਹ ਮਨੁੱਖ ਮਾੜੇ ਕੰਮਾਂ ਨੂੰ ਚੰਗੇ ਸਮਝ ਕੇ ਉਹਨਾਂ ਨੂੰ ਸ਼ੱਕਰ ਸਮਝ ਕੇ ਕਰਮ ਕਰਦਾ ਰਹਿੰਦਾ ਹੈ, ਪਰ ਜਦੋਂ ਨਤੀਜਾ ਨਿਕਲਦਾ ਫਿਰ ਜ਼ਹਿਰ ਵਾਂਗੂ ਹੁੰਦਾ ਹੈ। ਇਸ ਲਈ ਕਹਿੰਦੇ ਆਪਣਾ ਦੁੱਖ ਕਿਸ ਨੂੰ ਦੱਸੀਏ। ਪਰਮਾਤਮਾ ਤੋਂ ਬਿਨਾਂ ਸਾਡੇ ਦੁੱਖ ਨੂੰ ਦੂਰ ਕਰਨ ਵਾਲਾ ਕੋਈ ਨਹੀਂ ਹੈ। ਅਤੇ ਪਰਮਾਤਮਾ ਵਾਰੀ ਵਾਰੀ ਸਾਧੂਆਂ ਰਾਹੀਂ, ਗੁਰੂਆਂ ਰਾਹੀਂ ਸੰਦੇਸ਼ ਭੇਜ ਰਿਹਾ ਸੰਸਾਰ 'ਤੇ ਕਿ ਭਾਈ ਤੁਸੀਂ ਮੇਰਾ ਨਾਮ ਜਪੋ। ਕਹਿੰਦੇ ਸਾਰੇ ਸੰਸਾਰ ਦੇ ਜੀਵ ਪਰਮਾਤਮਾ ਕਹਿੰਦਾ ਮੇਰੇ ਬੱਚੇ ਨੇ। ਇੱਕ ਬੱਚਾ ਦੂਜੇ ਬੱਚੇ ਨੂੰ ਨੁਕਸਾਨ ਪਹੁੰਚਾਉਂਦਾ, ਬਾਪ ਨੂੰ ਚੰਗਾ ਨਹੀਂ ਲੱਗਦਾ। ਮਤਲਬ ਕਿਸੇ ਬਾਪ ਦੇ 2 ਪੁੱਤਰ ਨੇ, ਇੱਕ ਪੁੱਤਰ ਜਿਹੜਾ ਦੂਜੇ ਆਪਣੇ ਭਰਾ ਨੂੰ ਨੁਕਸਾਨ ਪਹੁੰਚਾਉਂਦਾ, ਬਾਪ ਨੂੰ ਨਹੀਂ ਚੰਗਾ ਲੱਗੇ, ਕਿਉਂਕਿ ਉਹਦਾ ਦੂਜਾ ਪੁੱਤਰ ਵੀ ਪਿਆਰਾ।
ਜਦੋਂ ਅਸੀਂ ਆਪਣੇ ਸਵਾਰਥ ਲਈ, ਆਪਣੇ ਸਵਾਦ ਲਈ ਦੂਸਰਿਆਂ ਦਾ ਨੁਕਸਾਨ ਕਰਦੇ ਹਾਂ, ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਹੈ। ਫਿਰ ਉਹਦੀ ਥਾਂ 'ਤੇ ਸਾਨੂੰ ਦੁੱਖ ਦਿੱਤਾ ਜਾਂਦਾ ਹੈ, ਤਾਂ ਜੇ ਇਹ ਸੁਧਰ ਜਾਵੇ। ਇਸ ਲਈ ਕਹਿੰਦੇ ਸ਼ੱਕਰ ਜ਼ਹਿਰ ਕਿਉਂ ਹੋ ਗਈ ਹੈ? ਸ਼ੱਕਰ ਸਮਝ ਕੇ ਖਾਧੀ, ਹੋ ਗਈ ਜ਼ਹਿਰ। ਕਹਿੰਦੇ ਫਿਰ ਪਰਮਾਤਮਾ ਤੋਂ ਪੁੱਛੋ, ਆਪਣੇ ਸਾਈਂ ਤੋਂ ਪੁੱਛੋ ਕਿਉਂ ਅਜਿਹਾ ਹੋ ਗਿਆ ਹੈ। ਉਹ ਕਹੂਗਾ ਮਾੜੇ ਕੰਮਾਂ ਦਾ ਨਤੀਜਾ ਮਾੜਾ ਨਿਕਲਦਾ ਹੈ। ਤੂੰ ਮਾੜੇ ਕੰਮ ਨੂੰ ਚੰਗਾ ਸਮਝ ਕੇ ਕਰਦਾ ਰਿਹਾ, ਨਤੀਜਾ ਮਾੜਾ ਨਿਕਲਿਆ। ਹੁਣ ਤੂੰ ਇਹ ਕੰਮ ਛੱਡ ਦੇ ਅਤੇ ਨਾਮ ਜਪ। ਉਹ ਫਿਰ ਦੱਸੂਗਾ ਹੱਲ, ਕਿ ਹੁਣ ਤੇਰੇ ਦੁੱਖ ਦਾ ਹੱਲ ਕੀ ਹੈ। ਜਿਸ ਕਾਰਨ ਜ਼ਹਿਰ ਬਣੀ, ਉਹ ਕਾਰਨ ਛੱਡ ਦੇ ਅਤੇ ਨਾਮ ਜਪ ਅੱਗੇ ਤੋਂ। ਇੱਕ ਬੱਚਾ ਹੈ, ਉਹ ਫੇਲ ਹੋ ਗਿਆ, ਉਹਨੂੰ ਪਹਿਲਾਂ ਕਾਰਨ ਲੱਭਣਾ ਪਏਗਾ। ਵੈਸੇ ਤਾਂ ਬੱਚੇ ਨੂੰ ਪਤਾ ਹੀ ਹੁੰਦਾ ਮੈਂ ਕਿਉਂ ਫੇਲ ਹੋ ਗਿਆ, ਵੀ ਨਲਾਇਕ ਸੀ ਮੈਂ, ਅਵਾਰਾਗਰਦੀ ਕਰਦਾ ਰਿਹਾ, ਪੜ੍ਹਾਈ ਕੀਤੀ ਨਹੀਂ, ਕਲਾਸਾਂ ਲਾਈਆਂ ਨਹੀਂ, ਇੱਧਰ ਫਿਰਦਾ ਰਿਹਾ, ਖਾਂਦਾ ਪੀਂਦਾ ਰਿਹਾ। ਕਿਸੇ ਕਿਸੇ ਬੱਚੇ ਨਾਲ ਉਮੀਦ ਤੋਂ ਦੂਜੀ ਤਰ੍ਹਾਂ ਦਾ ਹੋ ਜਾਂਦਾ ਹੈ। ਉਹਦਾ ਫਿਰ ਫਰਜ਼ ਬਣਦਾ ਬੈਠ ਕੇ ਸੋਚੇ ਕਿ ਮੇਰੇ ਇਸ ਤਰ੍ਹਾਂ ਕਿਉਂ ਹੋਇਆ ਹੈ। ਉਹਨੂੰ ਹੱਲ ਲੱਭ ਜਾਏਗਾ ਕੋਈ ਨਾ ਕੋਈ। ਇਸ ਲਈ ਜੇ ਸ਼ੱਕਰ ਜ਼ਹਿਰ ਹੋ ਗਈ ਤਾਂ ਜ਼ਰੂਰ ਵਿਚਾਰ ਕਰਨਾ ਚਾਹੀਦਾ ਵੀ ਆਹ ਕਰ ਖਾਧੀ ਸ਼ੱਕਰ ਸੀ, ਜ਼ਹਿਰ ਕਿਉਂ ਹੋ ਗਈ। ਫਿਰ ਕੋਈ ਦੱਸੇਗਾ ਤੂੰ ਗਲਤ ਕੰਮ ਨੂੰ ਵਧੀਆ ਸਮਝ ਕੇ ਕੀਤਾ, ਵੀ ਇਹ ਵਧੀਆ ਹੈ ਸੀ ਉਹ ਗਲਤ, ਇਸ ਕਰਕੇ ਦੁੱਖ ਹੋ ਗਏ। ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆ, ਹੋਰ ਕਰੇਂਦੀ ਵਨ। ਅੱਖੀਂ ਦੇਖ ਪਤੀਣੀਆਂ, ਪਤੀਣੀਆਂ ਦੇ ਕਮਜ਼ੋਰ ਹੋ ਜਾਣਾ। ਅੱਖਾਂ ਵੇਖ ਵੇਖ ਕੇ ਕਮਜ਼ੋਰ ਹੋ ਗਈਆਂ, ਫਿਰ ਹੌਲੀ ਦਿਸਣਾ ਘਟ ਜਾਂਦਾ ਨਾ। ਅੱਖਾਂ 'ਚ ਪਾਣੀ ਵਗਣ ਲੱਗ ਜਾਂਦਾ ਹੈ, ਅੱਖਾਂ ਦੁਖਣ ਲੱਗਦੀਆਂ ਨੇ। ਫਿਰ ਕਦੇ ਐਨਕਾਂ ਲਾ, ਉਹਦੇ ਨਾਲ ਵੀ ਗੱਲ ਨਹੀਂ ਬਣਦੀ, ਫਿਰ ਓਪਰੇਸ਼ਨ ਕਰਾ। ਪਤੀਣੀਆਂ ਕਮਜ਼ੋਰ ਹੋ ਗਈਆਂ ਅੱਖਾਂ। ਅੱਖਾਂ ਦੇਖ ਦੇਖ ਕੇ ਕਮਜ਼ੋਰ ਹੋ ਗਈਆਂ ਹਨ। ਸੁਣ ਸੁਣ ਰੀਣੇ ਕੰਨ, ਅਤੇ ਕੰਨ ਸੁਣ ਸੁਣ ਕੇ ਬੋਲੇ ਹੋ ਗਏ। ਰੀਣੇ ਬਣੇ ਬੋਲੇ, ਉੱਚੀ ਸੁਣ ਲੈਂਦੇ ਬੁਢਾਪੇ ਜਾ ਕੇ। ਬੁਢਾਪੇ 'ਚ ਜਾ ਕੇ ਕਈ ਬੰਦਿਆਂ ਨੂੰ ਉੱਚੀ ਸੁਣਨ ਲੱਗਦਾ, ਫਿਰ ਨੇੜੇ ਜਾ ਕੇ ਗੱਲ ਕਰਨੀ ਪੈਂਦੀ ਹੈ ਜਾਂ ਉੱਚੀ ਬੋਲ ਕੇ ਕਰਨੀ ਪੈਂਦੀ। ਜਿਵੇਂ ਇੱਕ ਘਰ 'ਚ ਗਿਆ, ਉਹਨਾਂ ਦੇ ਬਜ਼ੁਰਗ ਮਾਤਾ ਜਿਹੜੀ ਸੀ, ਕਹਿੰਦੇ ਬਾਬਾ ਜੀ ਮੈਨੂੰ ਤਾਂ ਤੁਹਾਡੀਆਂ ਅੱਧੀਆਂ ਗੱਲਾਂ ਸਮਝ ਜਾਂਦੀਆਂ ਨਹੀਂ, ਸੁਣਦੀਆਂ ਨਹੀਂ ਹੈਗੀਆਂ। ਕੋਈ ਕੋਈ ਗੱਲ ਸੁਣ ਜਾਂਦੀ ਹੈ, ਕੋਈ ਨਹੀਂ ਸੁਣਦੀ। ਕਿਉਂ? ਬੁਢਾਪੇ ਜਾ ਕੇ ਕੰਨ ਬੋਲੇ ਹੋਏ ਨੇ। ਅੱਖਾਂ ਦੇਖ ਦੇ ਕੇ ਕਮਜ਼ੋਰ ਹੋ ਗਈਆਂ ਨੇ, ਕੰਨ ਸੁਣ ਸੁਣ ਕੇ ਬੋਲੇ ਹੋ ਗਏ ਨੇ। ਸਾਖ ਪਕੰਦੀ ਆਈਆ, ਸਾਖ ਹੁੰਦਾ ਫਸਲ, ਪਕੰਦੀ ਆਈਆ ਜਦੋਂ ਫਸਲ ਪੱਕਣ 'ਤੇ ਆਉਂਦੀ ਹੈ ਨਾ, ਹੋਰ ਕਰੇਂਦੀ ਵਨ, ਉਹਦਾ ਰੰਗ ਬਦਲ ਜਾਂਦਾ, ਉਹਦਾ ਰੰਗ ਬਦਲ ਜਾਂਦਾ। ਕਣਕ ਹੈ ਪਹਿਲਾਂ ਹਰੇ ਰੰਗ ਦੀ ਹੋਏਗੀ, ਫਿਰ ਉਹਨੂੰ ਜੋ ਸਿੱਟੇ ਸੁੱਟੇ ਲੱਗ ਜਾਂਦੇ, ਫਿਰ ਜੇ ਪੱਕਣ 'ਤੇ ਆਉਂਦੇ ਪੀਲਾ ਰੰਗ ਉਹਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਕੋਈ ਵੀ ਚੀਜ਼ ਪੱਕਣ 'ਤੇ ਆਉਂਦੀ ਹੈ, ਉਹ ਆਪਣਾ ਰੰਗ ਬਦਲਦੀ ਹੈ। ਐਂ ਬੰਦੇ ਦਾ ਵੀ ਬਦਲਦਾ ਹੈ। ਜਦੋਂ ਬੰਦੇ ਦੀ ਸਾਖ ਜਿਹੜੀ ਪੱਕਦੀ ਹੈ ਨਾ, ਫਿਰ ਰੰਗ ਵੀ ਬਦਲਦਾ ਹੈ। ਝੁਰੜੀਆਂ ਮੂੰਹ 'ਤੇ ਪੈਂਦੀਆਂ ਨੇ, ਮੂੰਹ ਢਿੱਲਾ ਹੋ ਜਾਂਦਾ ਹੈ, ਰੰਗ 'ਚ ਵੀ ਫਰਕ ਪੈ ਜਾਂਦਾ ਹੈ, ਹੱਡੀਆਂ ਦਿਸਣ ਲੱਗ ਜਾਂਦੀਆਂ ਹਨ, ਬਦਲ ਜਾਂਦਾ ਬੰਦਾ। ਸਮਝਾਇਆ ਕਿ ਤੇਰੀਆਂ ਅੱਖਾਂ ਵੇਖ ਵੇਖ ਕੇ ਕਮਜ਼ੋਰ ਹੋ ਗਈਆਂ ਨੇ, ਕੰਨ ਸੁਣ ਸੁਣ ਕੇ ਬੋਲੇ ਹੋ ਗਏ ਨੇ। ਜਦੋਂ ਫਸਲ ਪੱਕਣ 'ਤੇ ਆਉਂਦੀ ਹੈ ਉਹਦਾ ਰੰਗ ਬਦਲ ਜਾਂਦਾ ਹੈ। ਹੇ ਇਨਸਾਨ, ਤੂੰ ਵੀ ਪੱਕ ਗਿਆ, ਤੂੰ ਵੀ ਬੁੱਢਾ ਹੋ ਗਿਆ, ਤੇਰੀ ਵੀ ਹਾਲਤ ਪਹਿਲਾਂ ਵਾਲੀ ਨਹੀਂ ਰਹੀ ਹੈ। ਤੁਸੀਂ ਕੋਈ 'ਚ ਸਿੱਖਿਆ ਤਾਂ ਕੋਈ ਹੈ ਨਹੀਂ, ਸਿੱਖੀ ਦਿੱਤੀ ਹੋਈ ਹੈ। ਉਹਨੂੰ ਯਾਦ ਕਰਾ, ਬੁਢਾਪਾ, ਮੌਤ, ਹਰ ਲਾਈਨ 'ਚ ਫਰੀਦ ਸਾਹਿਬ ਨੇ ਯਾਦ ਕਰਵਾਇਆ ਕਿ ਤੂੰ ਦਿਨੋਂ ਦਿਨ ਬੁੱਢਾ ਹੋ ਰਿਹਾ, ਬੋਲਾ ਹੋ ਰਿਹਾ, ਨਿਗਾਹ ਕਮਜ਼ੋਰ ਹੋ ਰਹੀ ਹੈ, ਤੇਰਾ ਰੰਗ ਰੂਪ ਬਦਲ ਰਿਹਾ ਹੈ, ਪਰ ਤੂੰ ਕਦੇ ਨਾਮ ਨਹੀਂ ਜਪਦਾ। ਉਂਝ ਹੀ ਸਾਰਾ ਸਮਾਂ ਲੰਘਾਤਾ।
ਦ੍ਰਿੜ ਕਰਾਇਆ ਸ਼ੁਰੂ 'ਚ ਹੀ ਕਿ ਭਾਈ ਇਹ ਸਮਾਂ ਸਾਰਿਆਂ 'ਤੇ ਆਉਣਾ ਹੈ, ਇੱਕੋ ਜਿਹਾ ਸਮਾਂ ਨਹੀਂ ਰਹਿਣਾ। ਆਖਿਰ ਨੂੰ ਅਸੀਂ ਬੁੱਢੇ ਹੋਣਾ ਹੈ, ਸਾਡੀ ਮੌਤ ਵੀ ਆਉਣੀ ਹੈ, ਸਾਡੇ ਸਰੀਰ ਦੇ ਅੰਗਾਂ ਨੇ ਵੀ ਕਮਜ਼ੋਰ ਹੋਣਾ ਹੈ। ਉਦੋਂ ਫਿਰ ਭਜਨ ਬੰਦਗੀ ਨਹੀਂ ਹੋਣੀ। ਇਸ ਲਈ ਜਿਹੜਾ ਸਮਾਂ ਹੁਣ ਮਿਲਿਆ, ਕਹਿੰਦੇ ਇਸੇ 'ਚ ਭਜਨ ਬੰਦਗੀ ਕਰ ਲੈ। ਹੈ ਵੀ ਠੀਕ, ਬੁਢਾਪੇ ਨਹੀਂ ਗੱਲ ਬਣਦੇ। ਬਹੁਤ ਸਾਰੇ ਲੋਕਾਂ ਦੇ ਗੋਡੇ ਖੜ ਜਾਂਦੇ ਨੇ, ਵਿਚਾਰੇ ਸਤਸੰਗ 'ਚ ਆਉਣਾ ਚਾਹੁੰਦੇ ਨੇ, ਆ ਨਹੀਂ ਸਕਦੇ ਕਿਉਂਕਿ ਚੌਂਕੜੀ ਨਹੀਂ ਮਾਰ ਹੁੰਦੀ, ਗੋਡੇ ਦੁਖਦੇ ਰਹਿੰਦੇ ਨੇ। ਜੇ ਆਪਰੇਸ਼ਨ ਕਰਾ ਲੈਂਦੇ ਨੇ ਤਾਂ ਵੀ ਚੌਂਕੜੀ ਨਹੀਂ ਵੱਜਦੀ। ਤੁਰ ਫਿਰ ਤਾਂ ਸਕਦਾ, ਕੁਰਸੀ 'ਤੇ ਬਹਿ ਸਕਦਾ, ਚੌਂਕੜੀ ਨਹੀਂ ਵੱਜਦੀ। ਕਿਤੇ ਲੱਕ ਦੁਖਦਾ, ਕਿਤੇ ਧੌਣ ਦੁਖਣ ਲੱਗ ਗਈ ਹੈ, ਕਿਤੇ ਮੋਢੇ ਦੁਖਣ ਲੱਗ ਗਏ ਨੇ। ਇਸ ਤਰ੍ਹਾਂ ਕੁਝ ਬਿਮਾਰੀਆਂ ਲੱਗਦੀਆਂ, ਬੁਢਾਪੇ ਦੀਆਂ ਆਪਣੀ ਬਿਮਾਰੀਆਂ ਹੁੰਦੀਆਂ ਨੇ। ਯਾਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਬੰਦਾ ਭੁੱਲਣਾ ਸ਼ੁਰੂ ਹੋ ਜਾਂਦਾ ਹੈ। ਤਾਂ ਕਿਤੇ ਫਲਾਣਾ ਬੰਦਾ ਸਤਰਿਆ ਬਤਰਿਆ ਗਿਆ। ਜਦੋਂ ਦਿਮਾਗ ਯਾਦ ਸ਼ਕਤੀ ਪੂਰਾ ਕੰਮ ਨਹੀਂ ਕਰਦੇ, ਕਹਾਵਤ ਹੈ ਸਤਰਿਆ ਬਤਰਿਆ ਗਿਆ, ਵੀ 70-72 ਸਾਲਾਂ ਦਾ ਹੋ ਗਿਆ, ਹੁਣ ਯਾਦ ਸ਼ਕਤੀ ਕਮਜ਼ੋਰ ਹੋ ਰਹੀ ਹੈ। ਔਰ ਹੋ ਵੀ ਜਾਂਦੀ ਹੈ। ਛੋਟੇ ਹੁੰਦੇ ਨੇ ਗੱਲਾਂ ਦਾ ਪਤਾ ਨਹੀਂ ਹੁੰਦਾ। ਪਿਤਾ ਜੀ ਨੇ ਕਈ ਵਾਰੀ ਮੋਢੇ 'ਤੇ ਕਛਹਿਰਾ ਰੱਖਿਆ ਹੋਣਾ, ਲੱਭੀ ਜਾਣਾ। ਸਾਨੂੰ ਉਦੋਂ ਜਵਾਨਾਂ ਨੂੰ ਪਤਾ ਨਹੀਂ ਸੀ ਹੁੰਦਾ ਵੀ ਇਹ ਬੁਢਾਪਾ ਵੀ ਇਸ ਤਰ੍ਹਾਂ ਹੁੰਦਾ ਹੈ, ਵੀ ਬੁਢਾਪੇ ਯਾਦ ਸ਼ਕਤੀ ਘਟ ਜਾਂਦੀ ਹੈ, ਬੰਦਾ ਭੁੱਲ ਜਾਂਦਾ ਹੈ। ਉਹਨਾਂ ਖਪੀ ਜਾਣਾ, ਉਹ ਸੜ ਜਾਣਾ, ਪਤਾ ਨਹੀਂ ਕਛਹਿਰਾ ਕਿੱਥੇ ਰੱਖਿਆ ਗਿਆ। ਮੈਂ ਕਈ ਵਾਰੀ ਕੋਲ ਮੈਂ ਦੇਖਿਆ, ਹੁਣ ਬਾਪੂ ਬਹੁਤ ਵਿਚਾਰਾ ਖਪ ਡਿਆ। ਮੈਂ ਬਾਪੂ ਜੀ ਕਛਹਿਰਾ ਤਾਂ ਤੁਹਾਡੇ ਮੋਢੇ 'ਤੇ ਆ, ਉਹ ਸੜ ਜਾਣਾ ਮੋਢੇ 'ਤੇ ਪਿਆ। ਹੁਣ ਜਦੋਂ ਆਪਣੇ ਨਾਲ ਹੁੰਦੀ ਨਾ ਫਿਰ ਯਾਦ ਆਉਂਦਾ ਵੀ ਹਾਂ ਇਸ ਉਮਰ 'ਚ ਜਾ ਕੇ ਸਾਰਿਆਂ ਦੇ ਇਹੀ ਹਾਲ ਹੋਣਾ। ਸੋ ਤਾਂ ਫਰੀਦ ਸਾਹਿਬ ਸਮਝਾ ਰਹੇ ਨੇ ਕਿ ਭਾਈ ਫਿਰ ਆਹ ਹਾਲ ਹੋ ਜਾਏਗਾ, ਇਸ ਲਈ ਵੇਲੇ ਸਿਰ ਜੋ ਕਰਨਾ ਕਰ ਲਓ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਕਾਲੀ ਭਾਵ ਕਾਲੇ ਵਾਲਾਂ ਵੇਲੇ, ਧੌਲੀ ਲੱਲਣ ਬਿਹਾਰੀ ਬਿੰਦੀ ਲਾ ਕੇ ਬੋਲਣ, ਚਿੱਟੇ ਵਾਲਾਂ ਵੇਲੇ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਰਾਵਿਆ ਹੁੰਦਾ ਪਰਮਾਤਮਾ ਨੂੰ ਯਾਦ ਕਰਨਾ। ਜਿਨ੍ਹਾਂ ਨੇ ਕਾਲੇ ਵਾਲਾਂ ਵੇਲੇ ਪਰਮਾਤਮਾ ਨੂੰ ਯਾਦ ਨਹੀਂ ਨਾ ਕੀਤਾ, ਭਾਵ ਜਵਾਨੀ 'ਚ, ਧੌਲੀ ਰਾਵੈ ਕੋਏ। ਫਿਰ ਜਦੋਂ ਵਾਲ ਧੌਲੇ ਆ ਜਾਂਦੇ, ਚਿੱਟੇ ਵਾਲ ਧੌਲੇ ਕਹਿੰਦੇ ਨੇ। ਜਦੋਂ ਵਾਲ ਫਿਰ ਧੌਲੇ ਆ ਜਾਂਦੇ ਨੇ, ਫਿਰ ਕੋਈ ਵਿਰਲਾ ਟਾਮੀ ਪਰਮਾਤਮਾ ਦਾ ਨਾਮ ਜਪਦਾ, ਕਿ ਬੁਢਾਪਾ ਆ ਗਿਆ ਨਾ। ਫਿਰ ਬੁਢਾਪੇ ਫਿਰ ਜਪ ਨਹੀਂ ਹੁੰਦਾ ਹੈ। ਕੋਏ ਦਾ ਮਤਲਬ ਕੋਈ ਵਿਰਲਾ ਟਾਮ। ਜਿਨ੍ਹਾਂ ਕਾਲੇ ਵਾਲ ਹੁੰਦਿਆਂ ਨਾਮ ਨਹੀਂ ਨਾ ਜਪਿਆ, ਉਹ ਕੋਈ ਵਿਰਲਾ ਟਾਮ ਹੈ ਜਿਹੜਾ ਫਿਰ ਚਿੱਟੇ ਵਾਲਾਂ ਵੇਲੇ ਜਪਦਾ ਹੈ। ਭਾਵ ਜਿਹਨੇ ਜਵਾਨੀ 'ਚ ਨਾਮ ਨਹੀਂ ਨਾ ਜਪਿਆ, ਕੋਈ ਵਿਰਲਾ ਟਾਮ ਹੈ ਜਿਹੜਾ ਬੁਢਾਪੇ 'ਚ ਫਿਰ ਨਾਮ ਜਪਦਾ ਹੈ। ਪਰ ਫਿਰ ਵੀ ਯਾਦ ਕਰਦੇ ਨੇ, ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਪਿਰਹੜੀ ਹੁੰਦਾ ਪਿਆਰ। ਤੂੰ ਪਰਮਾਤਮਾ ਨਾਲ ਪਿਆਰ ਕਰ, ਤੇਰੇ 'ਤੇ ਨਵਾਂ ਰੰਗ ਚੜ੍ਹ ਜਾਏਗਾ। ਕਿਉਂਕਿ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਦੋ ਪ੍ਰਕਾਰ ਦਾ ਬੰਦਾ ਬੁੱਢਾ ਹੁੰਦਾ। ਜਿਹਨੂੰ ਜਵਾਨੀ ਦੇ ਵਿੱਚ ਡਿਪਰੈਸ਼ਨ ਹੋ ਗਿਆ, ਇਹਦਾ ਮਤਲਬ ਜਵਾਨੀ 'ਚ ਹੀ ਬੁੱਢਾ ਹੋ ਗਿਆ, ਉਹਦਾ ਮਨ ਬੁੱਢਾ ਹੋ ਗਿਆ। ਸਰੀਰ ਤਾਂ ਜਵਾਨ ਹੈ, ਮਨ ਬੁੱਢਾ ਹੋ ਗਿਆ। ਕਈਆਂ ਦਾ ਬੁਢਾਪੇ 'ਚ ਵੀ ਮਨ ਚੜ੍ਹਦੀਆਂ ਕਲਾਂ 'ਚ ਹੁੰਦਾ, ਸਰੀਰ ਬੁੱਢਾ ਹੁੰਦਾ, ਮਨ ਨਹੀਂ ਬੁੱਢਾ ਹੁੰਦਾ। ਦੇਖੇ ਮੈਂ ਬੰਦੇ ਬਥੇਰੇ। ਜਵਾਨੀ ਦੇ ਵਿੱਚ ਹੀ ਕਈਆਂ ਦਾ ਮਨ ਬੁੱਢਾ ਹੋ ਜਾਂਦਾ, ਹੌਸਲਾ ਛੱਡ ਪੈਂਦੇ ਨੇ। ਜਦੋਂ ਬੰਦਾ ਹੌਸਲਾ ਛੱਡ ਪਵੇ ਨਾ, ਉਹਨੂੰ ਕਹਿੰਦੇ ਇਹਨੂੰ ਡਿਪਰੈਸ਼ਨ ਹੋ ਗਿਆ, ਉਹਨੂੰ ਜ਼ਿੰਦਗੀ ਜਿਉਣ 'ਚ ਕੋਈ ਆਨੰਦ ਨਹੀਂ ਰਹਿੰਦਾ, ਉਹਦਾ ਮਰ ਜਾਣ ਨੂੰ ਜੀਅ ਕਰਦਾ, ਉਹਦਾ ਕੋਈ ਕੰਮ ਕਰਨ ਨੂੰ ਜੀਅ ਨਹੀਂ ਕਰਦਾ, ਉਹਦਾ ਪਏ ਰਹਿਣ ਨੂੰ ਜੀਅ ਕਰਦਾ ਹੈ, ਉਹਦਾ ਧੋਤੇ ਹੋਏ ਕੱਪੜੇ ਪਾਉਣ ਨੂੰ ਜੀਅ ਨਹੀਂ ਕਰਦਾ, ਉਹਦਾ ਨਹਾਉਣ ਨੂੰ ਜੀਅ ਨਹੀਂ ਕਰਦਾ। ਕਿਉਂ? ਜ਼ਿੰਦਗੀ ਦੇ ਜਿਹੜਾ ਚਾਰਮ ਸੀ, ਆਨੰਦ ਸੀ, ਉਹ ਉਹਦੇ ਲਈ ਖਤਮ ਹੋ ਗਿਆ। ਉਹ ਮਨ ਕਰਕੇ ਬੁੱਢਾ ਹੋ ਗਿਆ। ਸਰੀਰ ਉਹਦਾ ਬੁੱਢਾ ਨਹੀਂ ਹੋਇਆ,
ਮਨ ਬੁੱਢਾ ਹੋ ਗਿਆ, ਮਨ ਹੌਸਲਾ ਛੱਡ ਬੈਠਾ। ਕਈ ਨੇ ਸਰੀਰ ਬੁੱਢਾ ਹੋ ਜਾਂਦਾ, 80 ਸਾਲ 90 ਸਾਲ ਦੇ ਗਏ, ਮਨ ਫਿਰ ਵੀ ਤਾਜ਼ੀ ਜਵਾਨਾਂ ਵਾਲਾ ਹੁੰਦਾ ਹੈ। ਪਰ ਜਿਹੜਾ ਨਾਮ ਜਪਦਾ ਹੈ ਉਹ ਹਮੇਸ਼ਾ ਹੀ ਅੰਦਰੋਂ ਜਵਾਨ ਰਹਿੰਦਾ। ਸਰੀਰ ਨੇ ਤਾਂ ਦੇਖੋ ਬੁੱਢਾ ਹੋਣਾ ਹੀ ਹੋਣਾ ਸਮਾਂ ਪਾ ਕੇ, ਪਰ ਮਨ ਉਹਨਾਂ ਦੇ ਚੜ੍ਹਦੀਆਂ ਕਲਾਂ 'ਚ ਰਹਿੰਦਾ ਹੈ। ਮਨ ਕਰਕੇ ਉਹ ਬੁੱਢੇ ਨਹੀਂ ਹੁੰਦੇ। ਤਾਂ ਕਹਿੰਦੇ ਨੇ ਕਰ ਸਾਈਂ ਸਿਉ ਪਿਰੜੀ ਰੰਗ ਨਵੇਲਾ ਹੋਏ, ਨਵਾਂ ਰੰਗ ਚੜ੍ਹੇਗਾ। ਤੇ ਤੂੰ ਰੱਬ ਨੂੰ ਪਿਆਰ ਕਰ, ਤੇਰੇ 'ਤੇ ਨਵਾਂ ਰੰਗ ਚੜ੍ਹੇਗਾ। ਭਾਵ ਤੂੰ ਚੜ੍ਹਦੀਆਂ ਕਲਾਂ 'ਚ ਹੋ ਜਾਏਗਾ। ਮਨੁੱਖ ਫਿਰ ਢਹਿੰਦੀਆਂ ਕਲਾਂ 'ਚ ਨਹੀਂ ਜਾਂਦਾ ਨਾਮ ਜਪਣ ਵਾਲਾ। ਨਾਮ ਹੁਣ ਜਿਹੜੇ ਢਹਿੰਦੀਆਂ ਕਲਾਂ 'ਚ, ਅਸੀਂ ਉਹਨੂੰ ਬਾਣੀ ਦੇ ਕੇ ਉਹਨੂੰ ਚੜ੍ਹਦੀਆਂ ਕਲਾਂ 'ਚ ਕਰਦੇ ਹਾਂ। ਸਾਨੂੰ ਪਤਾ ਵੀ ਇਹ ਨਾ ਮਨ ਹੌਸਲਾ ਛੱਡ ਬੈਠਾ ਹੈ, ਇਹਦਾ ਮਨ ਢਹਿੰਦੀਆਂ ਕਲਾਂ 'ਚ ਚਲਿਆ ਗਿਆ ਹੈ, ਇਸ ਲਈ ਇਹਨੂੰ ਕਹਿੰਦੇ ਡਿਪਰੈਸ਼ਨ ਹੋ ਗਿਆ। ਸਾਨੂੰ ਪਤਾ ਵੀ ਬਾਣੀ ਨੇ ਚੜ੍ਹਦੀਆਂ ਕਲਾਂ 'ਚ ਕਰਨਾ, ਅਸੀਂ ਉਹਨੂੰ ਬਾਣੀ ਦਿੰਦੇ ਹਾਂ, ਤੂੰ ਇਹਦਾ ਜਾਪ ਕਰ, ਇੱਕ ਚਲੀਹਾ ਕਰ, ਦੋ ਚਲੀਹੇ ਕਰ। ਹੌਲੀ ਹੌਲੀ ਬਾਣੀ ਨੇ ਤੇਰੇ ਮਨ ਨੂੰ ਚੜ੍ਹਦੀਆਂ ਕਲਾਂ 'ਚ ਕਰ ਦੇਣਾ। ਜੇ ਤੂੰ ਚੜ੍ਹਦੀਆਂ ਕਲਾਂ 'ਚ ਹੋ ਗਿਆ, ਇਸ ਅਵਸਥਾ 'ਚ ਬਾਹਰ ਨਿਕਲ ਜਾਏਗਾ, ਕੰਮ ਧੰਦਾ ਲੱਗ ਜਾਏਗਾ ਕਰਨ। ਸੋ ਬਾਣੀ ਨਾਮ ਜਿਹੜਾ ਹੈ ਇਹ ਮਨੁੱਖ ਨੂੰ ਚੜ੍ਹਦੀਆਂ ਕਲਾਂ 'ਚ ਕਰਦਾ ਹੈ, ਨਵਾਂ ਰੰਗ ਚੜ੍ਹਾਉਂਦਾ ਉਸ 'ਤੇ, ਉਹਦੀ ਸੋਚ ਬਦਲਦਾ ਹੈ। ਬਾਣੀ ਨੇ ਮਨੁੱਖ ਦੀ ਸੋਚ ਬਦਲ ਦੇਣੀ ਹੈ। ਹੁਣ ਤੀਸਰੇ ਪਾਤਸ਼ਾਹ ਇਸੇ ਗੱਲ ਨੂੰ ਕਲੀਅਰ ਕਰਦੇ ਨੇ। ਉਹ ਤਾਂ ਕਹਿੰਦੇ ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ। ਵੀ ਜਿਨ੍ਹਾਂ ਨੇ ਕਾਲੇ ਵਾਲਾਂ ਵੇਲੇ ਰੱਬ ਨੂੰ ਯਾਦ ਨਹੀਂ ਕੀਤਾ, ਧੌਲੇ ਵਾਲਾਂ ਵੇਲੇ ਕੋਈ ਵਿਰਲਾ ਹੀ ਟਾਵੇਂ ਯਾਦ ਕਰਦਾ। ਹੁਣ ਤੀਸਰੇ ਪਾਤਸ਼ਾਹ ਨੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋਈ ਚਿੱਤ ਕਰੇ। ਕਹਿੰਦਾ ਜੇ ਕੋਈ ਪਰਮਾਤਮਾ ਦਾ ਨਾਮ ਜਪਣ ਲੱਗੇ ਨਾ, ਕਾਲੇ ਵਾਲਾਂ ਵੇਲੇ ਅਤੇ ਧੌਲੇ ਵਾਲਾਂ ਵੇਲੇ, ਪਰਮਾਤਮਾ ਤਾਂ ਸਦਾ ਹੀ ਹੈ, ਪਰਮਾਤਮਾ ਤਾਂ ਸਦਾ ਹੀ ਹੈ। ਉਹਨੂੰ ਕਿਸੇ ਵੇਲੇ ਵੀ ਯਾਦ ਕੀਤਾ ਜਾ ਸਕਦਾ ਹੈ, ਚਾਹੇ ਕਾਲੇ ਵਾਲ ਨੇ ਚਾਹੇ ਚਿੱਟੇ ਵਾਲ ਨੇ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ, ਆਪਣਾ ਲਾਇਆ ਪਿਰਮ ਨਾ ਲੱਗਈ। ਜੇ ਲੋਚੈ ਸਭ ਕੋਏ, ਪਿਰਮ ਹੁੰਦਾ ਪਿਆਰ। ਆਪਣੇ ਯਤਨਾਂ ਨਾਲ ਪਰਮਾਤਮਾ ਨਾਲ ਪਿਆਰ ਨਹੀਂ ਪੈਂਦਾ। ਜੇ ਲੋਚੈ ਸਭ ਕੋਏ, ਜੇ ਹਰ ਇੱਕ ਚਾਹੇ ਕਿ ਮੈਂ ਪਰਮਾਤਮਾ ਨੂੰ ਪਿਆਰ ਕਰਨਾ, ਤਾਂ ਮਨੁੱਖ ਦੇ ਯਤਨ ਨਾਲ ਪਰਮਾਤਮਾ ਨਾਲ ਪਿਆਰ ਨਹੀਂ ਪੈਂਦਾ। ਕਿਉਂਕਿ ਪਿਆਰ ਇੱਕ ਪਾਸੜ ਨਹੀਂ ਹੁੰਦਾ, ਪਿਆਰ ਹਮੇਸ਼ਾ ਦਵੱਲੀ ਹੁੰਦਾ। ਜਿਹੜਾ ਮੋਹ ਹੈ ਇਹ ਇੱਕ ਪਾਸੜ ਹੋ ਸਕਦਾ ਹੈ। ਜਿਵੇਂ ਮਾਂ ਪਿਓ 'ਚ ਬੱਚਿਆਂ ਨਾਲ ਮੋਹ ਹੁੰਦਾ, ਬੱਚਿਆਂ ਨਾਲ ਕੋਈ ਨਹੀਂ ਹੁੰਦਾ, ਬੱਚਿਆਂ ਨੂੰ ਕੋਈ ਨਹੀਂ ਹੁੰਦਾ ਮਾਂ ਪਿਓ ਨਾਲ। ਮੈਂ ਕਿੰਨੇ ਹੀ ਬੱਚੇ ਵੇਖੇ ਨੇ ਜਿਨ੍ਹਾਂ ਨੂੰ ਮਾਂ ਪਿਓ ਨਾਲ ਕੋਈ ਮੋਹ ਨਹੀਂ, ਮਾਂ ਪਿਓ ਮੋਹ ਕਾਰਨ ਦੁਖੀ ਹੋਈ ਜਾ ਰਹੇ। ਕਿੰਨੇ ਹੀ ਬੱਚੇ ਨੇ ਜਿਨ੍ਹਾਂ ਦੀ ਆਰਥਿਕ ਹਾਲਤ ਬਹੁਤ ਇੱਥੇ ਅੱਛੀ ਸੀ, ਮਾਂ ਪਿਓ ਨੇ ਬੜਾ ਜ਼ੋਰ ਲਾਇਆ ਪਿਆ ਸੀ, ਬੁੱਢੇ ਹੋ ਰਹੇ ਸਾਨੂੰ ਕੌਣ ਪਾਲੇਗਾ, ਹੈ ਤੁਸੀਂ ਸਾਨੂੰ ਛੱਡ ਕੇ ਪ੍ਰਦੇਸ਼ਾਂ ਨੂੰ ਜਾ ਰਹੇ ਹੋ, ਇੱਥੇ ਤੁਹਾਨੂੰ ਕਿਸ ਚੀਜ਼ ਦੀ ਕਮੀ ਹੈ। ਨਾ, ਬੱਚੇ ਨੂੰ ਕੋਈ ਮਾਂ ਪਿਓ ਨੂੰ ਲੈਣਾ ਦੇਣਾ ਨਹੀਂ। ਇੱਕੋ ਗੱਲ ਕਹਿੰਦੇ, ਅਸੀਂ ਤੁਹਾਨੂੰ ਉੱਥੇ ਸੱਦ ਲਾਂਗੇ। ਇਹ ਕਹਿੰਦਾ ਜਾਂ ਕਹਿ ਦਿੰਦੀ ਅਸੀਂ ਤੈਨੂੰ ਉੱਥੇ ਸੱਦ ਲਾਂਗੇ। ਉਹਨਾਂ ਨੂੰ ਗਿਆਨ ਹੀ ਨਹੀਂ ਕਿ ਜੇ ਪ੍ਰਦੇਸ਼ ਨੇ ਇਹ ਬੁੱਢਿਆਂ ਦੇ ਫਿੱਟ ਨਹੀਂ ਹੈਗੇ। ਪ੍ਰਦੇਸ਼ ਦੇ ਵਿੱਚ ਤਾਂ ਉਹੀ ਬੰਦਾ ਕਾਮਯਾਬ ਹੁੰਦਾ ਜਿਹਨੇ ਜਾ ਕੇ ਕੰਮ ਕਰਨਾ। ਹੁਣ ਬੁਢਾਪੇ ਕੰਮ ਕੋਈ ਨਹੀਂ ਹੁੰਦਾ ਅਤੇ ਉੱਥੇ ਗੱਲ ਕਰਨ ਨਾਲ ਕੋਈ ਹੈ ਹੀ ਨਹੀਂ। ਤੁਸੀਂ ਘਰ ਬੈਠੇ ਹੋ, ਜੇ ਤੁਹਾਡਾ ਗੱਲ ਕਰਨ ਵਾਲਾ ਹੀ ਕੋਈ ਨਹੀਂ ਹੈਗਾ, ਫਿਰ ਕਿਆ ਜੀਵਨ ਹੋ ਜੀ। ਜੀਵਨ ਤਾਂ ਨਰਕ ਹੋ ਜਾਂਦਾ ਬੰਦੇ ਦਾ। ਮਾਂ ਪਿਓ ਨੂੰ ਮੋਹ ਹੈ, ਬੱਚੇ ਨੂੰ ਕੋਈ ਮੋਹ ਨਹੀਂ, ਉਹ ਛੱਡ ਕੇ ਚਲਿਆ ਗਿਆ। ਸਭ ਕੁਛ ਹੁੰਦਿਆਂ ਸੁਣਦਿਆਂ ਛੱਡ ਕੇ ਚਲਿਆ ਗਿਆ। ਇੱਕ ਤਾਂ ਹੁੰਦਾ ਵੀ ਚੱਲ ਮੈਂ ਜੀ ਬਾਹਰ ਜਾ ਕੇ ਘਰ ਦੀ ਗਰੀਬੀ ਦੂਰ ਕਰਾਂਗਾ, ਮੰਨਿਆ ਜੀ। ਜਿਹੜਾ ਯੂਪੀ ਤੋਂ, ਬਿਹਾਰ ਤੋਂ, ਰਾਜਸਥਾਨ ਤੋਂ, ਹੋਰ ਸਟੇਟਾਂ ਤੋਂ ਪੰਜਾਬ 'ਚ ਲੋਕ ਆਉਂਦੇ ਨੇ ਮਜ਼ਦੂਰੀ ਕਰਨ, ਵੀ ਚਲੋ ਘਰ ਦੀ ਕੋਈ ਗਰੀਬੀ ਦੂਰ ਹੋਵੇ। ਅਤੇ ਜੇ ਮੰਨ ਲਓ ਉੱਥੇ ਪਹਿਲਾਂ ਹੀ ਅਮੀਰ ਹੈ ਅਤੇ ਫਿਰ ਵੀ ਇੱਥੇ ਆ ਰਿਹਾ, ਤਾਂ ਫਿਰ ਉਹਨੂੰ ਮੂਰਖ ਹੀ ਕਹਾਂਗੇ ਅਸੀਂ। ਸੋ ਮੈਂ ਦੇਖਿਆ ਹੈ, ਤੁਸੀਂ ਵੀ ਰੋਜ਼ ਵੇਖਦੇ ਹੋ। ਇਹਨੂੰ ਮੋਹ ਕਹਿੰਦੇ ਨੇ, ਇਹਨੂੰ ਪਿਆਰ ਨਹੀਂ ਕਹਿੰਦੇ।
ਮਾਂ ਪਿਓ ਬੱਚਿਆਂ ਦਾ ਅਤੇ ਮਾਂ ਪਿਓ ਦਾ ਆਪਸੀ ਪਿਆਰ ਨਹੀਂ ਹੁੰਦਾ, ਮੋਹ ਹੁੰਦਾ। ਪਿਆਰ ਹਮੇਸ਼ਾ ਦਵੱਲੀ ਹੁੰਦਾ, ਪਿਆਰ ਇੱਕ ਪਾਸੜ ਨਹੀਂ ਹੁੰਦਾ। ਜੇ ਲੜਕਾ ਪਿਆਰ ਕਰਦਾ ਅਤੇ ਲੜਕੀ ਨਹੀਂ ਕਰਦੀ, ਉਹਨੂੰ ਪਿਆਰ ਨਹੀਂ ਕਹਿ ਸਕਦੇ ਅਸੀਂ। ਲੜਕੀ ਵੀ ਕਰਦੀ ਹੈ, ਲੜਕਾ ਵੀ ਕਰਦਾ, ਉਸ ਨੂੰ ਅਸੀਂ ਪਿਆਰ ਕਹਿ ਸਕਦੇ ਹਾਂ। ਇੱਕ ਪਾਸੇ ਨਾਲ ਨਹੀਂ ਗੱਲ ਬਣੇ। ਜੇ ਕੋਈ ਲੜਕਾ ਕਹੇ ਜੀ ਫਲਾਣੀ ਲੜਕੀ ਨਾਲ ਮੇਰਾ ਜੀ ਵਿਆਹ ਹੋ ਜਾਏ, ਅਤੇ ਉਹ ਲੜਕੀ ਤਿਆਰ ਹੀ ਨਹੀਂ ਵਿਆਹ ਕਰਾਉਣ ਨੂੰ, ਵੀ ਦੱਸ ਕਿਵੇਂ ਹੋ ਜੂ ਤੇਰਾ ਬਈ, ਹੈ ਤੇਰਾ ਕਿਵੇਂ ਜੇ? ਜੇ ਦੋਨੋਂ ਚਾਹੁਣਗੇ ਤਾਂ ਹੀ ਹਨ। ਤਾਂ ਮਾਂ ਪਿਓ ਚਾਹੁੰਦੇ ਨੇ ਸਾਡਾ ਬੱਚਾ ਸਾਡੇ ਕੋਲ ਰਹੇ, ਪਰ ਬੱਚਾ ਨਹੀਂ ਰਹਿਣਾ ਚਾਹੁੰਦਾ, ਬੱਚਾ ਨਹੀਂ ਰਹਿਣਾ ਚਾਹੁੰਦਾ। ਕਈ ਮਾਂ ਪਿਓ ਮੇਰੇ ਨਾਲ ਗਿਲਾ ਕਰਦੇ ਨੇ, ਬਾਬਾ ਜੀ ਫਿਰ ਅਸੀਂ ਤਾਂ ਭੂਤ ਪ੍ਰੇਤ ਬਣਾਂਗੇ। ਮੈਂ ਹਾਂਜੀ ਬਣੋਗੇ, ਕਿਉਂਕਿ ਬਾਣੀ ਤਾਂ ਇਹੀ ਲਿਖਿਆ, ਮਰਨ ਵੇਲੇ ਤੁਹਾਡਾ ਧਿਆਨ ਕੋਠੀ 'ਚ ਚਲਿਆ ਜਾਏਗਾ, ਜਿਹੜੀ ਤੁਹਾਡੀ ਜਾਇਦਾਦ ਹੈ ਉਸ 'ਚ ਚਲਿਆ ਜਾਏਗਾ। ਵੀ ਬੱਚੇ ਤਾਂ ਫੌਰਨ ਗਏ, ਆ ਮੇਰੀ ਕੋਠੀ, ਆ ਮੇਰੀ ਜ਼ਮੀਨ, ਆਹ ਤਾਂ ਇਹਦਾ ਕੌਣ ਵਾਲੀ ਵਾਰਸ ਹੈ? ਉਹ ਤਾਂ ਬਗਾਨੇ ਦੱਬ ਲੈਣੀ ਹੈ ਜੀ, ਉਹ ਤਾਂ ਬਗਾਨੇ ਦੱਬ ਲੈਣੀ ਹੈ। ਅਤੇ ਜਦੋਂ ਇਹ ਸੋਚ ਕੇ ਮਰਨਾ ਤਾਂ ਭੂਤ ਪ੍ਰੇਤ ਉੱਥੇ ਬਣ ਕੇ, ਭੂਤ ਪ੍ਰੇਤ ਬਣ ਕੇ ਉਸੇ ਕੋਠੀ 'ਚ ਫਿਰੀ ਜਾਣਾ। ਜਿਹੜਾ ਉੱਥੇ ਆ ਕੇ ਵਸੂਗਾ ਉਹਨੂੰ ਤੰਗ ਕਰਨਗੇ ਉਹ, ਵੀ ਸਾਡੀ ਕੋਠੀ ਹੈ, ਨਿਕਲ ਇੱਥੋਂ। ਉਹਨੂੰ ਵਿਚਾਰੇ ਨੂੰ ਸਮਝ ਨਹੀਂ ਆਉਂਦੀ, ਉਹ ਸਾਡੇ ਕੋਲ ਆਉਂਦਾ ਜੀ ਉੱਥੇ ਤਾਂ ਭੂਤ ਰਹਿੰਦਾ ਜੀ, ਮੈਨੂੰ ਭੂਤ ਤੰਗ ਕਰਦੇ ਨੇ ਜੀ, ਫਲਾਣਾ ਹੈ। ਸੋ ਇਸ ਲਈ ਇਹ ਬੱਚਿਆਂ 'ਤੇ ਉਮੀਦਾਂ ਰੱਖਣਾ ਮੂਰਖਤਾ ਹੁੰਦੀ ਹੈ। ਜੋ ਕੁਝ ਉਮੀਦ ਰੱਖਣੀ ਹੈ ਪਰਮਾਤਮਾ 'ਤੇ ਰੱਖਣੀ। ਜੇ ਤੁਸੀਂ ਸੋਚੋ ਨਾ ਬੱਚੇ ਤੁਹਾਡੇ ਬੁਢਾਪੇ ਤੁਹਾਡੀ ਸੇਵਾ ਕਰਨਗੇ, ਤੁਹਾਡੇ ਉਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਬੱਚੇ ਤੁਹਾਡੀ ਬੁਢਾਪੇ ਸੇਵਾ ਕਰਨ, ਉਹ ਤੁਹਾਨੂੰ ਛੱਡ ਕੇ ਜਾ ਸਕਦੇ। ਮੈਂ ਆਪ ਜਾਣਦਾ, ਇੱਕ ਕੁੜੀ ਦਾ ਬਾਪ ਹਾਰਟ ਅਟੈਕ ਹੈ, PGI ਦਾਖਲ ਹੈ, ਉਹਨੇ ਹਵਾਈ ਜਹਾਜ਼ ਫੜਿਆ, ਕਨੇਡਾ ਚਲੇ ਗਈ, ਬਾਪ ਹਸਪਤਾਲ 'ਚ। ਇਹ ਨਹੀਂ ਵੀ ਮੈਂ ਅੱਗੇ ਟਿਕਟ ਕਰਵਾ ਲਾ, ਨੋ, ਵੀ ਬਾਪ ਦਾ ਕੀ ਹੈ, ਮਰ ਜਾਏਗਾ, ਮੇਰਾ ਕਨੇਡਾ ਨਹੀਂ ਰਹਿਣਾ ਚਾਹੀਦਾ। ਆਹੀ ਮਤਲਬ, ਹੋਰ ਕੀ ਹੈ? ਸੋ ਇਹ ਤਾਂ ਤੁਸੀਂ ਐਵੇਂ ਉਮੀਦਾਂ ਲਾਈ ਬੈਠੇ ਹੋ, ਇਸ ਕਰਕੇ ਤੁਸੀਂ ਜ਼ਿਆਦਾ ਦੁਖੀ ਹੁੰਦੇ ਹੋ। ਜਦੋਂ ਆਪਾਂ ਕਿਸੇ 'ਤੇ ਉਮੀਦ ਲਾਈ ਬੈਠਾਂਗੇ ਅਤੇ ਉਹ ਉਮੀਦ ਪੂਰੀ ਨਹੀਂ ਹੋਏਗੀ, ਸਾਨੂੰ ਦੁੱਖ ਹੋਏਗਾ, ਸਾਨੂੰ ਦੁੱਖ ਹੋਏਗਾ। ਉਮੀਦ ਹੀ ਨਾ ਰੱਖੋ। ਤੁਸੀਂ ਕਹੋ ਜੀ ਫਿਰ ਕਿਸ 'ਤੇ ਉਮੀਦ ਰੱਖੀਏ? ਤੁਸੀਂ ਪਰਮਾਤਮਾ ਦਾ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਪਰਮਾਤਮਾ 'ਤੇ ਉਮੀਦ ਰੱਖੋ। ਪਰਮਾਤਮਾ ਆਪੇ ਵਿਧ ਬਣਾਏਗਾ। ਜਿਸ ਤੋਂ ਤੁਹਾਡੀ ਸੇਵਾ ਕਰਾਉਣੀ ਹੈ ਉਹਦੀ ਡਿਊਟੀ ਲਾ ਦੇਗਾ, ਉਹਦੀ ਆਪੇ ਹੀ ਡਿਊਟੀ ਲਾ ਦੇਗਾ। ਚਿੰਤਾ ਨਹੀਂ ਕਰਨੀ। ਜੇ ਤੁਸੀਂ ਕਿਸੇ 'ਤੇ ਉਮੀਦ ਲਾਈ ਰੱਖੀ ਅਤੇ ਉਹਨੇ ਨਾ ਕੀਤੀ, ਫਿਰ ਤੁਹਾਨੂੰ ਬਹੁਤ ਜ਼ਿਆਦਾ ਦੁੱਖ ਹੋਵੇਗਾ, ਫਿਰ ਬਹੁਤ ਦੁੱਖ ਹੋਵੇਗਾ। ਇਸ ਲਈ ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਬੱਚੇ ਨੂੰ ਤੁਹਾਡੇ ਕੋਲ ਹੀ ਨੌਕਰੀ ਮਿਲੇ। ਉਹਨੂੰ ਪੂਨੇ ਮਿਲ ਸਕਦੀ ਹੈ, ਉਹਨੂੰ ਤਾਮਿਲਨਾਡੂ 'ਚ ਮਿਲ ਸਕਦੀ ਹੈ, ਉਹਨੂੰ ਕਿਤੇ ਹੋਰ ਮਿਲ ਸਕਦੀ, ਦੂਰ। ਹਾਂਜੀ, ਉਹ ਕਿੱਥੇ ਤੁਹਾਨੂੰ ਚੱਕ ਕੇ ਹਸਪਤਾਲ ਲਿਜਾਏਗਾ? ਜਦੋਂ ਨੂੰ ਹਵਾਈ ਜਹਾਜ਼ ਨਹੀਂ ਆਵੇਗਾ, ਉਹਨੇ ਚਿਰ ਉਸ ਅਸੀਂ ਹਸਪਤਾਲ ਪੈ ਮਰ ਵੀ ਜਾਈਏ। ਹਾਂਜੀ, ਫਾਇਦਾ ਤਾਂ ਸਾਨੂੰ ਉਸਦਾ ਜਿਹੜਾ ਕੋਲ ਰਹਿੰਦਾ ਹੈ ਅਤੇ ਆਗਿਆਕਾਰ ਹੈ। ਕਈ ਕੋਲ ਹੀ ਰਹਿੰਦੇ ਨੇ ਪਰ ਆਪਸ 'ਚ ਬਣਦੀ ਨਹੀਂ ਬਾਪੂ ਪੁੱਤ ਦੀ। ਤਾਂ ਬਾਣੀ ਸਾਨੂੰ ਵਾਰੀ ਵਾਰੀ ਯਾਦ ਕਰਾਉਂਦੀ ਰਹਿੰਦੀ ਹੈ ਕਿ ਆਪਣੇ ਯਤਨਾਂ ਨਾਲ ਪਰਮਾਤਮਾ ਨਾਲ ਪਿਆਰ ਨਹੀਂ ਪੈਂਦਾ। ਭਾਵੇਂ ਹਰ ਇੱਕ ਹੀ ਚਾਹੁੰਦਾ ਕਿ ਮੇਰਾ ਰੱਬ ਨਾਲ ਪਿਆਰ ਪੈਦਾ ਹੋ ਜਾਏ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ, ਜੈ ਮੈਨੇ ਜਿਸ, ਤੈ ਮੈਨੇ ਉਸ ਨੂੰ। ਪਰਮਾਤਮਾ ਜਿਸ ਨੂੰ ਠੀਕ ਸਮਝਦਾ ਹੈ ਉਸ ਨੂੰ ਪਿਆਰ ਦਾ ਪਿਆਲਾ ਦੇ ਦਿੰਦਾ ਹੈ। ਭਾਵ ਆਪਣਾ ਪਿਆਰ ਉਸ ਬੰਦੇ ਦੇ ਅੰਦਰ ਪੈਦਾ ਕਰ ਦਿੰਦਾ ਹੈ ਜਿਹਨੂੰ ਪਰਮਾਤਮਾ ਚਾਹੁੰਦਾ ਹੈ। ਸੋ ਇਸ ਲਈ ਕਹਿੰਦੇ ਸਾਡਾ ਕੰਮ ਹੈ, ਚਾਹੇ ਵਾਲ ਚਿੱਟੇ ਹੋ ਜਾਣ ਚਾਹੇ ਕਾਲੇ ਹੋਣ, ਅਸੀਂ ਤਾਂ ਨਾਮ ਜਪਣਾ ਹੈ। ਸਾਡੇ ਜ਼ੋਰ ਲਾਇਆ ਜਿਹੜਾ ਹੈ ਰੱਬ ਨਾਲ ਪਿਆਰ ਨਹੀਂ ਪੈਣਾ, ਇਹ ਤਾਂ ਰੱਬ ਨੇ ਕਿਰਪਾ ਕਰਨੀ ਹੈ ਸਾਡੇ 'ਤੇ, ਅਸੀਂ ਤਾਂ ਆਪਣੀ ਡਿਊਟੀ ਦੇਣੀ ਹੈ। ਸਿੱਖ ਦਾ ਫਰਜ਼ ਬਣਦਾ ਹੈ ਉਹ ਆਪਣੀ ਡਿਊਟੀ ਦਿੰਦਾ ਰਹੇ, ਬਾਕੀ ਸਾਰੇ ਕੰਮ ਗੁਰੂ ਨੇ ਕਰਨੇ ਹੁੰਦੇ ਹਨ। ਜੇ ਸਿੱਖ ਆਪਣਾ ਫਰਜ਼ ਪੂਰਾ ਕਰ ਰਿਹਾ, ਗੁਰੂ ਮਹਾਰਾਜ ਵੀ ਆਪਣਾ ਫਰਜ਼ ਜ਼ਰੂਰ ਪੂਰਾ ਕਰਨਗੇ, ਜ਼ਰੂਰ ਪੂਰਾ ਕਰਨਗੇ। ਪਰ ਸੰਸਾਰ ਦੇ ਵਿੱਚ ਇਹ ਹੈ ਕਿ ਜੇ ਤੁਸੀਂ ਆਪਣਾ ਫਰਜ਼ ਪੂਰਾ ਕਰੋ, ਜ਼ਰੂਰੀ ਨਹੀਂ ਕਿ ਦੂਜਾ ਵੀ ਕਰੇ, ਦੂਜਾ ਵੀ ਕਰੇ। ਪਰ ਧਰਮ ਦੇ ਵਿੱਚ ਹੈ ਕਿ ਜੇ ਸਿੱਖ ਆਪਣਾ ਫਰਜ਼ ਪੂਰਾ ਕਰਦਾ ਤਾਂ ਗੁਰੂ ਮਹਾਰਾਜ ਵੀ ਆਪਣਾ ਫਰਜ਼ ਪੂਰਾ ਕਰਦੇ ਨੇ। ਜੇ ਸਿੱਖ ਪੂਰਾ ਕਰਦਾ ਗੁਰੂ ਮਹਾਰਾਜ ਦੀ ਕਿਰਪਾ ਕਰਦੇ ਨੇ।
ਰੱਬ ਵੀ ਉਸ 'ਤੇ ਕਿਰਪਾ ਕਰਦਾ ਹੈ। ਸੋ ਅਸੀਂ ਤਾਂ ਨਾਮ ਜਪਣਾ ਹੈ, ਸਾਨੂੰ ਤਾਂ ਹੁਕਮ ਹੈ ਨਾਮ ਜਪੋ। ਕਈ ਮੈਨੂੰ ਕਹਿੰਦੇ ਜੀ ਬਾਬਾ ਜੀ ਉਹ ਮਨ ਨਹੀਂ ਲੱਗਦਾ, ਮੈਂ ਨਾ ਲੱਗੇ। ਗੁਰਬਾਣੀ ਦੇ ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਤੇ ਤਾਂ ਵਸ 'ਚ ਆਉਣਾ ਜਦੋਂ ਪਰਮਾਤਮਾ ਦੀ ਜਾਂ ਗੁਰੂ ਦੀ ਕਿਰਪਾ ਹੋ ਗਈ। ਜੇ ਪਹਿਲੇ ਮਨ ਵਸ, ਜਦੋਂ ਮਨ ਹੈ ਵਸ 'ਚ ਹੋ ਗਿਆ ਤਾਂ ਸਾਨੂੰ ਪ੍ਰਾਪਤੀ ਹੋ ਗਈ। ਇਹ ਤਾਂ ਸਾਡਾ ਟਾਰਗੇਟ ਹੈ ਜਿੱਥੇ ਅਸੀਂ ਪਹੁੰਚਣਾ। ਜਿੱਦੇ ਮਨ ਸਾਡੇ ਵਸ 'ਚ ਆ ਕੇ ਪਾਪ, ਜਿੱਦੇ ਮਨ ਟਿਕ ਗਿਆ ਉੱਦੇ ਹੀ ਸਾਡੀ ਸਮਾਧੀ ਲੱਗ ਜਾਣੀ, ਪਰਮਾਤਮਾ ਦੀ ਪ੍ਰਾਪਤੀ ਜਿਹਨੇ। ਹੋਰ ਕੀ ਹੈ? ਸਾਰੀ ਭਜਨ ਬੰਦਗੀ ਇਸੇ ਲਈ ਹੈ ਕਿ ਕਿਸੇ ਤਰ੍ਹਾਂ ਸਾਡਾ ਮਨ ਟਿਕ ਜਾਵੇ। ਮਨ ਉਦੋਂ ਟਿਕੇ, ਬੱਚਾ ਮੰਨ ਲਓ ਹੈ, ਛੋਟਾ ਬੱਚਾ ਹੈ, ਉਹਨੂੰ ਲੱਗੀ ਹੈ ਭੁੱਖ, ਉਹਨੇ ਦੁੱਧ ਪੀਣਾ ਮਾਂ ਦਾ, ਉਹ ਰੋਂਦਾ ਹੈ। ਮਾਂ ਕੀ ਕਰਦੀ ਹੈ? ਉਹਨੂੰ ਕੋਈ ਖਿਡੌਣਾ ਦੇ ਦਿੰਦੀ ਹੈ, ਵਿੱਚੋਂ ਧਿਆਨ ਲੱਗਾ ਰਿਹਾ ਵੀ ਮੇਰੇ ਕੋਲ ਜੇ ਟਾਈਮ ਨਹੀਂ ਹੈ। ਉਹ ਇੱਕ ਦੋ ਵਾਰੀ ਛਣਕਾਉਂਦਾ ਪਰ ਉਹ ਫਿਰ ਰੋਣ ਲੱਗਦਾ। ਮਾਂ ਉਹਨੂੰ ਕੁਛੜ ਚੁੱਕ ਹਿਲਾਉਂਦੀ ਹੈ, ਉਹ ਝੂਟਾ ਦਿੰਦੇ, ਉਹ ਕੁਝ ਕੁ ਦੇਰ ਮੈਂ ਦੇਖ ਕੇ ਚੁੱਪ ਕਰਦਾ, ਉਹ ਫਿਰ ਰੋਣ ਲੱਗ ਜਾਂਦਾ। ਕਿਉਂਕਿ ਉਹਨੂੰ ਤਾਂ ਦੁੱਧ ਚਾਹੀਦਾ ਹੈ। ਜਦੋਂ ਉਹਨੂੰ ਦੁੱਧ ਮਿਲ ਜਾਂਦਾ ਫਿਰ ਆਪਣਾ ਆਰਾਮ ਨਾਲ ਸੌਂ ਜਾਂਦਾ, ਉਹ ਫਿਰ ਉਹ ਸੌਂ ਜਾਂਦਾ। ਇਸ ਲਈ ਸਾਡਾ ਕੰਮ ਹੈ ਪਰਮਾਤਮਾ ਦਾ ਨਾਮ ਜਪੀ ਜਾਣਾ ਬਸ। ਬਾਕੀ ਗੁਰੂ ਦਾ ਅਤੇ ਪਰਮਾਤਮਾ ਦਾ ਕੰਮ ਹੈ। ਉਹ ਜਦੋਂ ਦੇਖੇਗਾ ਠੀਕ, ਉਹ ਤੋਂ ਸਾਡੀ ਸਹਾਇਤਾ ਕਰ ਦੇਣਗੇ। ਸੋ ਅਸੀਂ ਤਾਂ ਆਪਣੀ ਡਿਊਟੀ ਦਿੰਦੇ ਰਹਿਣਾ, ਮਨ ਲੱਗੇ ਨਾ ਲੱਗੇ। ਜਦੋਂ ਮਨ ਸਾਡੇ ਵੱਸ 'ਚ ਹੀ ਨਹੀਂ, ਫਿਰ ਅਸੀਂ ਕੀ ਕਰ ਸਕਦੇ ਹਾਂ? ਇੱਕ ਚੀਜ਼ ਸਾਡੇ ਵੱਸ 'ਚ ਹੀ ਨਹੀਂ। ਗੁਰਬਾਣੀ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਹੇ ਇਨਸਾਨ, ਮਨ ਤੇਰੇ ਵੱਸ 'ਚ ਹੀ ਨਹੀਂ ਹੈ। ਇਹ ਤਾਂ ਤੂੰ ਨਾਮ ਜਪੀ ਜਾ, ਜਪੀ ਜਾ, ਜਪੀ ਜਾ। ਪਰਮਾਤਮਾ ਕਿਸ ਦਿਨ ਕਿਰਪਾ ਕਰ ਦੇਗਾ, ਤੇਰਾ ਮਨ ਤੇਰੇ ਵੱਸ 'ਚ ਹੋ ਜਾਏਗਾ, ਉਹਦੇ ਮਨ ਟਿਕ ਜਾਏਗਾ। ਜਿਉਂ ਹੀ ਟਿਕੇਗਾ ਤੇਰੀ ਸਮਾਧੀ ਲੱਗ ਜਾਏਗੀ, ਤੈਨੂੰ ਪਰਮਾਤਮਾ ਤੱਕ ਤੂੰ ਪਹੁੰਚ ਜਾਏਗਾ। ਸੋ ਸਾਡਾ ਕੰਮ ਹੈ ਭਜਨ ਬੰਦਗੀ ਕਰਦੇ ਰਹਿਣਾ। ਜੇ ਅਸੀਂ ਖਿਜਾਂਗੇ, ਕਈ ਮੇਰੇ ਕੋਲ ਆਉਂਦੇ ਜੀ ਰਾਤ ਨੂੰ ਨੀਂਦ ਨਹੀਂ ਆਉਂਦੀ ਜੀ। ਮੈਂ ਤੁਹਾਨੂੰ ਨੀਂਦ ਇਸ ਲਈ ਨਹੀਂ ਆਉਂਦੀ ਕਿ ਤੁਸੀਂ ਸੌਣ ਦੀ ਕੋਸ਼ਿਸ਼ ਕਰਦੇ ਹੋ, ਇਸ ਲਈ ਨੀਂਦ ਆਉਂਦੀ। ਤੁਸੀਂ ਸੌਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਨੂੰ ਨੀਂਦ ਨਹੀਂ ਆਉਂਦੀ। ਤੁਸੀਂ ਖਿੱਚਦੇ ਹੋ, ਇਸੇ ਤੁਹਾਨੂੰ ਬਿਲਕੁਲ ਨੀਂਦ ਨਹੀਂ ਆਏਗੀ। ਜੇ ਤੁਸੀਂ ਖਿਜੋਗੇ ਨੀਂਦ ਨਹੀਂ ਆਵੇਗੀ। ਮੈਂ ਤੁਸੀਂ ਸੌਣ ਦੀ ਕੋਸ਼ਿਸ਼ ਛੱਡ ਦਿਓ, ਤੁਸੀਂ ਸੌਣ ਦੀ ਕੋਸ਼ਿਸ਼ ਹੀ ਨਾ ਕਰੋ, ਫਿਰ ਤੁਹਾਨੂੰ ਨੀਂਦ ਆ ਜਾਏਗੀ। ਅਤੇ ਜਦੋਂ ਕੋਸ਼ਿਸ਼ ਛੱਡ ਦਿੰਦੇ ਨੇ, ਫਿਰ ਖਿਜਨੇ ਹਟ ਗਏ ਵੀ ਚਲ ਜਦੋਂ ਆਉਣੀ ਹੋਈ ਆ ਜੂ, ਜਦੋਂ ਆਉਣੀ ਹੋਈ ਆ ਜੂ। ਫਿਰ 2 ਵਜੇ ਨੂੰ ਆ ਜਾਂਦੀ ਹੈ। ਕਿੰਨੇ ਤੇ ਮੈਂ ਤਜਰਬਾ ਕੀਤਾ। ਸੋ ਇਸ ਲਈ ਉਹ ਕਹਿੰਦੇ ਕੀ ਕਰੀਏ ਜੀ? ਮੈਂ ਤੁਹਾਨੂੰ ਧਿਆਨ ਆਪਣਾ ਦੂਜੇ ਪਾਸੇ ਲਾਉਣਾ ਪੈਣਾ। ਤੁਸੀਂ 10 ਵਜੇ ਜਿੰਨੇ ਵਿੱਚ ਸਾਰੇ ਘਰ ਦੇ ਜੀ ਰੋਟੀ ਪਾਣੀ ਖਾ ਕੇ ਆਪਣਾ ਜੋ ਕੁਛ ਕਰ ਲਿਆ, ਹੁਣ ਤੁਹਾਨੂੰ ਨੀਂਦ ਨਹੀਂ ਆ ਰਹੀ, ਕੋਈ ਗੱਲ ਨਹੀਂ। ਤੁਸੀਂ ਆਪਣੀ ਢੋਲ ਲਾ ਲਓ, ਸਿਰਹਾਣਾ ਲਾ ਲਓ, ਜੋ ਜਿਹੜਾ ਮੈਂ ਤਾਂ ਮੂਲ ਮੰਤਰ ਦਾ ਵਾਹਿਗੁਰੂ ਦਾ ਜਾਪ ਕਰੀ ਜਾਓ, ਕਰੀ ਜਾਓ। ਸੌਣ ਦੀ ਕੋਸ਼ਿਸ਼ ਨਹੀਂ ਕਰਨੀ, ਕਰੀ ਜਾਓ। ਕਰੀ ਘਰ ਦੇ ਜੀਆਂ ਨੂੰ ਕਹਿ ਦਿਓ ਮੈਨੂੰ ਕੱਲ੍ਹ ਨੂੰ 8 ਵਜੇ ਤੋਂ ਪਹਿਲਾਂ ਨਹੀਂ ਜਗਾਉਣਾ। ਇਹ ਪਹਿਲਾਂ ਕਹਿ ਦੇਣਾ ਵੀ 8 ਵਜੇ ਤੋਂ ਪਹਿਲਾਂ ਨਹੀਂ ਮੈਨੂੰ ਜਗਾਉਣਾ। ਮੈਂ ਆਪਣਾ ਭਜਨਬੰਦੀ ਕਰੀ ਜਾਓ, ਕਰੀ ਜਾਓ। ਨਹੀਂ ਬੈਠ ਸਕਦੇ, ਲੇਟ ਜਾਓ। ਲੇਟ ਕੇ ਆਪਣਾ ਵਾਹਿਗੁਰੂ 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 ਕਰਦੇ ਰਹੋ। ਭਜਨ ਬੰਦਗੀ ਕਰਨ ਤਾਂ ਵੱਡਿਆਂ ਨੂੰ ਨੀਂਦ ਆ ਜਾਂਦੀ ਹੈ। ਆਮ ਆਉਂਦੀ ਸ਼ਿਕਾਇਤ ਜੀ ਉਂਝ ਨਹੀਂ ਨੀਂਦ ਆ, ਜਦੋਂ ਅਸੀਂ ਬਾਣੀ ਪੜ੍ਹਨ ਲੱਗਦੇ ਹਾਂ ਵੈਰ ਫਿਰ ਨੀਂਦ ਆਉਂਦੀ ਹੈ। ਮੈਂ ਭਜਨ ਬੰਦਗੀ ਨਾਲ ਤਾਂ ਵੱਡਿਆਂ ਨੀਂਦ ਆ, ਤੁਸੀਂ ਕਿਤੇ ਵਿਚਾਰੇ ਹੋ। 1 ਜਾਂ 2 ਵਜੇ ਤੁਹਾਨੂੰ ਨੀਂਦ ਆ ਜਾਏਗੀ, ਬਸ ਆਪਣਾ ਆਰਾਮ ਨਾਲ ਸੌਂ ਜਾਓ। ਆਪਾਂ 8 ਵਜੇ ਉੱਠੋ, 6 ਘੰਟੇ ਸੌਂ ਕੇ ਬਸ ਫਿਰ ਹੌਲੀ ਤੁਹਾਨੂੰ ਠੀਕ ਹੋ ਜਾਏ ਸਭ ਕੁਛ। ਮੈਂ ਤੁਸੀਂ ਸੌਣ ਦੀ ਕੋਸ਼ਿਸ਼ ਕਰਦੇ ਹੋ, ਇਸ ਲਈ ਨਹੀਂ ਆਉਂਦੇ। ਮੈਂ ਤੁਸੀਂ ਮਨ ਨੂੰ ਵੱਸ 'ਚ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਨਹੀਂ ਵੱਸ 'ਚ ਆਉਂਦਾ, ਕਿਉਂਕਿ ਸਾਡੇ ਵੱਸ 'ਚ ਹੀ ਨਹੀਂ। ਜਿਹੜੀ ਗੱਲ ਸਾਡੇ ਵੱਸ 'ਚ ਹੀ ਨਹੀਂ, ਉਸ 'ਤੇ ਜ਼ੋਰ ਲਾਉਣ ਦਾ ਕਿਆ ਫਾਇਦਾ? ਹਾਂ, ਨਾਮ ਜਪਣਾ ਸਾਡੇ ਵੱਸ 'ਚ ਹੈ ਕਿ ਜਪੋ ਬਈ ਨਾਮ, ਉੱਠਦੇ ਬੈਠਦੇ ਤੁਰਦੇ ਫਿਰਦੇ ਜਪੋ। ਮਨ ਨੂੰ ਵੱਸ ਕਰਨਾ ਇਹ ਸਾਡੇ ਵੱਸ 'ਚ ਹੀ ਨਹੀਂ ਹੈ।
ਅਤੇ ਜਿਹੜੀ ਚੀਜ਼ ਸਾਡੇ ਵੱਸ 'ਚ ਨਹੀਂ, ਪਰਮਾਤਮਾ ਦੇ ਵੱਸ 'ਚ ਹੈ, ਫਿਰ ਉਹ ਪਰਮਾਤਮਾ ਦੇ ਛੱਡ ਦਿਓ, ਆਪੇ ਠੀਕ ਹੋ ਜਾਏਗਾ। ਸੋ ਇਸ ਲਈ ਮਨ ਲੱਗੇ ਨਾ ਲੱਗੇ, ਇਸ ਦੀ ਕੋਈ ਚਿੰਤਾ ਨਹੀਂ ਕਰਨੀ। ਅਸੀਂ ਆਪਣੀ ਡਿਊਟੀ ਦੇਣੀ, ਬਸ ਅਸੀਂ ਆਪਣਾ ਨਾਮ ਜਪਣਾ, ਬਾਣੀ ਪੜ੍ਹਨੀ, ਫਿਰ ਆਪੇ ਸਮਾਂ ਪਾ ਕੇ ਸਭ ਕੁਝ ਠੀਕ ਹੈ। ਪਰਮਾਤਮਾ ਕਿਰਪਾ ਕਰ ਦੇਗਾ, ਫਿਰ ਉਹਦੇ ਨਾਲ ਪਿਆਰ ਲੱਗ ਜਾਏਗਾ। ਅਸੀਂ ਆਪ ਪਿਆਰ ਪਾਉਣ ਦੀ ਕੋਸ਼ਿਸ਼ ਕਰਾਂਗੇ, ਨਹੀਂ ਗੱਲ ਬਣੇਗੀ, ਕਿਉਂਕਿ ਪਿਆਰ ਦਾ ਪਿਆਲਾ ਤਾਂ ਉਹਦੇ ਕੋਲ ਹੈ, ਨਾਮ ਦਾ ਪਿਆਲਾ ਤਾਂ ਉਹਦੇ ਕੋਲ ਹੈ। ਜਿਹਨੂੰ ਜੀ ਕਰੇ ਇਹ ਨਾਮ ਦੀ ਦਾਤ ਦੇ ਦੇ, ਨਾ ਜੀ ਕਰੇ ਨਾ ਦੇਵੇ। ਸਾਡਾ ਉਸ 'ਤੇ ਕੋਈ ਜ਼ੋਰ 'ਤੇ ਚੱਲ ਨਹੀਂ ਸਕਦਾ। ਤਾਂ ਸਮਝਾਇਆ ਸਾਨੂੰ, ਫਰੀਦਾ ਜਿਨ ਲੋਇਨ ਜਗ ਮੋਹਿਆ, ਸੇ ਲੋਇਨ ਮੈਂ ਡਿਠ, ਕੱਜਲ ਰੇਖ ਨ ਸਹਿੰਦਿਆ, ਸੇ ਪੰਖੀ ਸੂਏ ਬੈਠ। ਇੱਕ ਵਾਰੀ ਬੈਠਾ ਪਾਠ ਸੁਣ ਰਿਹਾ, ਹੁਣ ਪਾਠ ਕੀਤਾ, ਫਰੀਦਾ ਜਿਨ ਲੋਇਨ ਜਗ ਮੋਹਿਆ, ਸੇ ਲੋਇਨ ਮੈਂ ਡਿਠ, ਕੱਜਲ ਰੇਖ ਨ ਸਹਿੰਦਿਆ, ਸੇ ਪੰਖੀ ਸੂਏ ਬਹਿਠ। ਉਹਨੇ ਉਹਦੇ ਡਿਠ ਹੈ ਨਾ, ਉਹਨੇ ਇਸ ਨੂੰ ਬਹਿਠ ਪੜ੍ਹਦਾ, ਵੀ ਕਵਿਤਾ ਜੁੜਦੀ ਹੈ। ਇਹ ਤਾਂ ਪਹਿਲੀ ਦੂਜੀ ਵਾਲਿਆਂ ਨੂੰ ਪੜ੍ਹਨਾ, ਜੋੜ ਕੇ ਪੜ੍ਹਨਾ ਬਹਿਠ, ਵੀ ਬੱਬਾ ਹਾਇਰ ਸਿਆਰੀ ਠੱਠਾ ਬਹਿਠ। ਪਰ ਜਦੋਂ ਵਿਆਕਰਨ ਆਵੇਗੀ, ਟੀਚਰ ਦੱਸਿਆ ਨਹੀਂ ਭਾਈ, ਹਾਹੇ ਤੋਂ ਪਹਿਲਾ ਅੱਖਰ ਬੱਬਾ, ਇਹ ਹੈਗਾ ਮੁਕਤਾ, ਅਤੇ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤਾ ਹੋਵੇ, ਉਸ 'ਤੇ ਲੱਗਦੀਆਂ ਦੁਲਾਵਾਂ, ਅਤੇ ਹਾਹੇ ਦੀ ਸਿਆਰੀ ਆਪਣੇ ਆਪ ਖਤਮ ਹੋ ਜਾਂਦੀ ਹੈ। ਤਾਂ ਹੁਣ ਕਿਹਾ ਬੱਬੇ ਨੂੰ ਦੁਲਾਵਾਂ, ਹਾ ਹਾ ਠੱਠਾ ਬੈਠ, ਇਹਨੂੰ ਬਹਿਠ ਨਹੀਂ ਪੜ੍ਹਨਾ, ਬਹਿ ਤੋਂ ਬਣੇ, ਇੱਥੇ ਬਹਿ ਜਾ। ਆਪਾਂ ਕਹਿੰਦੇ ਬਹਿ ਇੱਥੇ, ਅਤੇ ਕਿਸੇ ਨੇ ਲਿਖਵੇ ਇੱਥੇ ਬਹਿ ਜਾ, ਲਿਖ ਪੰਜਾਬੀ 'ਚ, ਤਾਂ ਬੱਬਾ ਹਾਏ ਨੂੰ ਸਿਆਰੀ ਲਿਖੇਗਾ ਬਹਿ, ਇਹਨੂੰ ਬਹੇ ਨਹੀਂ ਪੜ੍ਹ ਦੇਣਾ। ਇਹ ਬਹਿਠ ਨਹੀਂ ਹੈ, ਬੈਠ ਹੈ। ਫਰੀਦਾ ਜਿਨ ਲੋਇਨ, ਲੋਇਨ ਅੱਖਾਂ ਨੂੰ ਕਹਿੰਦੇ ਨੇ, ਜਿਨ ਲੋਇਨ ਜਗ ਮੋਹਿਆ, ਜਿਨ੍ਹਾਂ ਅੱਖਾਂ ਨੇ ਸੰਸਾਰ ਨੂੰ ਮੋਹ ਲਿਆ ਸੀ। ਕਈ ਵਾਰੀ ਬੜੀਆਂ ਸੋਹਣੀਆਂ ਅੱਖਾਂ ਹੁੰਦੀਆਂ, ਕਈ ਵਾਰੀ ਅੱਖਾਂ ਬੜੀਆਂ ਸੋਹਣੀਆਂ ਹੁੰਦੀਆਂ। ਮੇਰਾ ਭਤੀਜਾ ਸੀ, ਚਲੋ ਉਹਨੇ ਵਿਆਹ ਕਰਾ ਲਿਆ, ਘਰ ਲਾਇਆ, ਮੈਂ ਦੇਖਿਆ ਵੀ ਮੇਰੇ ਭਤੀਜੇ ਨੂੰ ਇਹਦੇ 'ਚ ਕਿਹੜੀ ਗੱਲ ਪਸੰਦ ਆਈ ਹੈ। ਉੱਪਰ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਂ ਉਸ ਬੀਬੀ ਨੂੰ ਵੇਖਿਆ। ਬਾਅਦ 'ਚ ਇਕੱਲਾ ਮੈਨੂੰ ਮਿਲਣਾ ਆਇਆ, ਉਹ ਮੈਂ ਤੈਨੂੰ ਉਸ ਢਾਂਚੇ 'ਚ ਕੀ ਪਸੰਦ ਆਇਆ? ਕਹਿੰਦੇ ਜਿਵੇਂ ਮੈਨੂੰ ਉਹਦੀਆਂ ਅੱਖਾਂ ਪਸੰਦ ਆਈਆਂ। ਅਗਲੀ ਵਾਰ ਜਦੋਂ ਆਈ, ਮੈਂ ਹਾਂ ਅੱਖਾਂ ਤਾਂ ਵਾਕਈ ਸੋਹਣੀਆਂ ਨੇ। ਫਰੀਦਾ ਜਿਨ ਲੋਇਨ ਜਗ ਮੋਹਿਆ, ਜਿਨ੍ਹਾਂ ਅੱਖਾਂ ਨੇ ਸੰਸਾਰ ਨੂੰ ਮੋਹ ਲਿਆ ਸੀ ਨਾ, ਸੇ ਲੋਇਨ ਮੈਂ ਡਿਠ, ਉਹ ਮੈਂ ਅੱਖਾਂ ਵੇਖੀਆਂ ਨੇ। ਕੱਜਲ ਰੇਖ ਨਾ ਸਹਿੰਦਿਆ, ਉਹ ਜਿਹੜੇ ਨੇਤਰ ਸਨ, ਅੱਖਾਂ, ਨੇਤਰ ਇੱਥੇ ਪੁਲਿੰਗ ਕਰਕੇ ਵਰਤਿਆ। ਨੇਤਰ ਸ਼ਬਦ ਜਿਹੜਾ ਹੈ ਪੁਲਿੰਗ ਹੈ, ਅੱਖਾਂ ਇਸਤਰੀ ਲਿੰਗ ਹੈ। ਕੱਜਲ, ਕੱਜਲ ਸੁਰਮੇ ਨੂੰ ਕਹਿੰਦੇ ਨੇ। ਕੱਜਲ ਰੇਖ ਨਾ ਸਹਿੰਦਿਆ, ਉਹ ਨੇਤਰ ਜਿਹੜੇ ਸੁਰਮੇ ਦੀ ਧਾਰ ਨੂੰ ਵੀ ਨਹੀਂ ਸਨ ਸਹਿੰਦੇ। ਕਈ ਵਾਰੀ ਕੀ ਹੁੰਦਾ, ਸੁਰਮਾ ਰਗੜਿਆ ਜਾਂਦਾ ਸੀ ਪਹਿਲਾਂ, ਅਗਰ ਅਤੀ ਵੀ ਮੋਟਾ ਰਹਿ ਜਾਣਾ, ਅੱਖਾਂ ਚੁੱਭਣਾ, ਉਹ ਅੱਖਾਂ ਚੁੱਭਦਾ ਸੀ ਉਹ, ਫਿਰ ਝਿੜਕਾਂ ਪੈਂਦੀਆਂ ਸੀ ਰਗੜਨ ਵਾਲੇ ਨੂੰ, ਵੀ ਤੈਨੂੰ ਸੁਰਮਾ ਰਗੜਨੇ ਤੋਂ ਬਰੀਕ ਕਿਉਂ ਨਹੀਂ ਕੀਤਾ। ਉਹ ਅੱਖਾਂ ਜਿਹੜੀਆਂ ਸੁਰਮੇ ਦੀ ਧਾਰਾ ਨੂੰ ਵੀ ਨਹੀਂ ਸਨ ਨਾ ਸਹਿੰਦੀਆਂ, ਸੇ ਪੰਖੀ ਸੂਏ ਬੈਠ, ਜਦੋਂ ਬੰਦਾ ਗਿਆ ਮਰ, ਉਹ ਅੱਖਾਂ ਦੇ ਵਿੱਚ ਪੰਛੀਆਂ ਨੇ ਆ ਕੇ ਬੱਚੇ ਦੇਤੇ, ਉੱਥੇ ਸੂਪੇ ਆ ਕੇ। ਉਹ ਅੱਖਾਂ ਜਿਨ੍ਹਾਂ ਨੇ ਸੰਸਾਰ ਨੂੰ ਮੋਹ ਲਿਆ ਸੀ, ਜਿਹੜੀ ਬੜੀਆਂ ਸੁੰਦਰ ਸਨ, ਇੰਨੀਆਂ ਨਰਮ ਸਨ ਕਿ ਸੁਰਮੇ ਦੀ ਧਾਰ ਨੂੰ ਵੀ ਨਹੀਂ ਸਨ ਸਹਿੰਦੀਆਂ। ਉਹਨਾਂ 'ਚ ਕਹਿੰਦੇ ਅਸੀਂ ਦੇਖਿਆ, ਉਹਨਾਂ 'ਚ ਪੰਛੀ ਆ ਕੇ ਸੂਪੇ। ਭਾਵ ਅਜਿਹਾ ਨਾ ਹੋਵੇ ਕਿ ਅਸੀਂ ਆਪਣੇ ਸਰੀਰ ਨੂੰ ਸ਼ਿੰਗਾਰ ਦੇ ਰਹੀਏ, ਇਹ ਨਾ ਹੋਵੇ ਕਿ ਅਸੀਂ ਆਪਣੇ ਸਰੀਰ ਨੂੰ ਸਾਰੀ ਉਮਰ ਸ਼ਿੰਗਾਰ ਦੇ ਰਹੀਏ, ਸਰੀਰ ਨੇ ਤਾਂ ਇੱਕ ਦਿਨ ਖਤਮ ਹੋ ਜਾਣਾ ਹੈ। ਉਹ ਅੱਖਾਂ ਜਿਨ੍ਹਾਂ 'ਚ ਬੜਾ ਧਿਆਨ ਨਾਲ ਸੁਰਮੇ ਪਾਏ, ਵੀ ਲੋਕ ਮੇਰੀ ਅੱਖਾਂ ਵੱਲ ਵੇਖਣ। ਗੁਰਬਾਣੀ ਵੀ ਕਹਿੰਦੇ, ਆਂਖ ਮੇ ਅੰਜਨ ਸਭੀ ਦੇ, ਟੁਕ ਚਾਹਨ ਬਾਹੇ ਬਿਡਾਨ। ਅੱਖਾਂ 'ਚ ਸੁਰਮਾ ਤਾਂ ਸਾਰੇ ਹੀ ਪਾਉਂਦੇ ਨੇ, ਪਰ ਭਾਵਨਾ 'ਚ ਫਰਕ ਹੈ।
ਕੋਈ ਤਾਂ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਸੁਰਮਾ ਪਾਉਂਦਾ, ਕੋਈ ਅੱਖਾਂ ਮਟਕਾਉਣ ਲਈ ਪਾਉਂਦਾ। ਆ ਪਹਿਲਾਂ ਨਾ, ਹੁਣ ਤਾਂ ਹਟ ਗਿਆ, ਪਹਿਲਾਂ ਇਹ ਅੱਖਾਂ ਸੁਰਮੇ ਨਾ ਐ ਬਾਹਰ ਨੂੰ ਧਾਰੀਆਂ ਕੱਢੀਆਂ ਹੁੰਦੀਆਂ ਸਨ। ਉਹਨੂੰ ਪੁੱਛਿਆ ਵੀ ਉਹ ਕਾਹਦੇ ਲਈ ਸੁਰਮਾ ਅੱਖਾਂ 'ਤੇ ਪਾਇਆ, ਆ ਬਾਹਰ ਐਂ ਕੀ ਕੀਤੇ ਵੇ ਹੈ? ਉਹ ਵਿਖਾਉਣ ਲਈ ਸੀ ਵੀ ਹਾਂ ਮੇਰੀਆਂ ਅੱਖਾਂ ਲੋਕਾਂ ਨੂੰ ਸੋਹਣੀਆਂ ਲੱਗਣ, ਸੁਰਮਾ ਇਸ ਲਈ ਪਾਇਆ ਸੀ। ਉਹ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਨਹੀਂ ਸੀ ਪਾਇਆ, ਉਹ ਤਾਂ ਇਸ ਲਈ ਪਾਇਆ ਸੀ ਲੋਕ ਮੇਰੀਆਂ ਅੱਖਾਂ ਵੇਖਣ। ਕਹਿੰਦੇ ਜਿਹੜੀਆਂ ਤੂੰ ਅੱਖਾਂ ਲੋਕਾਂ ਨੂੰ ਵਿਖਾਉਂਦਾ ਸੀ ਨਾ, ਕਹਿੰਦਾ ਉਹਨਾਂ ਅੱਖਾਂ ਦੇ ਵਿੱਚ ਤੇਰੇ ਮਰਨ ਤੋਂ ਬਾਅਦ ਪੰਛੀ ਨੇ ਆ ਕੇ ਆਪਣੇ ਬੱਚੇ ਦਿੱਤੇ ਉੱਤੇ ਸੂ ਪਿਆ। ਇਸ ਲਈ ਸਮਝਾਇਆ ਕਿ ਕਿਸੇ ਚੀਜ਼ 'ਤੇ ਮਾਣ ਨਹੀਂ ਕਰਨਾ। ਚਲੋ ਪਰਮਾਤਮਾ ਨੇ ਸੁੰਦਰਤਾ ਦਿੱਤੀ ਹੈ, ਬੜੀ ਚੰਗੀ ਗੱਲ ਹੈ। ਆਪਣੇ ਸਰੀਰ ਨੂੰ ਸਾਫ ਸੁਥਰਾ ਰੱਖਣਾ, ਸਾਂਭ ਸੰਭਾਲ ਕੇ ਰੱਖਣਾ, ਸੋਹਣਾ ਬਣਾ ਕੇ ਰੱਖਣਾ, ਠੀਕ ਹੈ। ਪਰ ਜਿਹੜੀ ਭਾਵਨਾ ਹੈ ਵੀ ਉਹ ਪਰਮਾਤਮਾ ਨੂੰ ਨਹੀਂ ਭੁੱਲਣਾ। ਅਗਰ ਅਸੀਂ ਸਰੀਰ ਨੂੰ ਸਜਾਉਂਦੇ ਰਹਿ ਗਏ ਲੋਕਾਂ ਲਈ ਤਾਂ ਫਿਰ ਪਰਮਾਤਮਾ ਭੁੱਲ ਜਾਏਗਾ। ਪਰਮਾਤਮਾ ਨਹੀਂ ਭੁੱਲਣਾ ਚਾਹੀਦਾ। ਮੁੱਖ ਜਿਹੜੀ ਗੱਲ ਹੈ ਉਹ ਸਾਰੇ ਗੁਰੂਆਂ ਨੇ, ਭਗਤਾਂ ਨੇ, ਇਹਨਾਂ ਸਾਰਿਆਂ ਨੇ ਦੱਸੀ ਵੀ ਠੀਕ ਹੈ, ਤੁਹਾਡੇ ਕੋਲ ਮਾਇਆ, ਬੜੀ ਖੁਸ਼ੀ ਨਾਲ ਵਧੀਆ ਕੱਪੜੇ ਪਾਓ, ਵਧੀਆ ਜੁੱਤੇ ਪਾਓ, ਸਭ ਕੁਛ ਵਧੀਆ ਕਰੋ, ਪਰ ਜਿਸ ਨੇ ਇੰਨਾ ਕੁਛ ਵਧੀਆ ਦਿੱਤਾ ਉਹਦਾ ਸ਼ੁਕਰਾਨਾ ਕਰੋ। ਹਉਮੈ ਜਾ ਕੇ ਉਹਨੂੰ ਭੁੱਲ ਨਾ ਜਾਓ ਪਰਮਾਤਮਾ ਨੂੰ, ਕਿਉਂਕਿ ਜੇ ਸੁੰਦਰਤਾ ਦਿੱਤੀ ਉਹ ਤਾਂ ਪਰਮਾਤਮਾ ਨੇ ਦਿੱਤੀ ਹੈ। ਸੁੰਦਰਤਾ ਪਰਮਾਤਮਾ ਨੇ ਦਿੱਤੀ ਹੈ। ਸਰੀਰ ਦੇ ਪੂਰੇ ਅੰਗ ਵੀ ਉਹੀ ਦਿੰਦਾ ਹੈ। ਕਿੰਨੇ ਲੋਕ ਨੇ ਜਨਮ ਤੋਂ ਹੈਂਡੀਕੈਪਡ ਹੁੰਦੇ ਨੇ, ਜਾਂ ਮੂੰਹ ਦੇ ਵਿੰਗ 'ਤੇ ਡਿੱਗੇ ਹੁੰਦੇ ਨੇ। ਕਿਸੇ ਕਿਸੇ ਪਰਮਾਤਮਾ ਬੜੀ ਸੁੰਦਰਤਾ ਦਿੱਤੀ ਹੁੰਦੀ ਹੈ। ਉਹਨਾਂ ਪਿਛਲੇ ਜਨਮ ਸੁੰਦਰ ਕਰਮ ਕੀਤੇ ਹੁੰਦੇ ਨੇ। ਸੁੰਦਰ ਕਰਮ ਵਾਲੇ ਨੇ ਇੱਥੇ ਸੁੰਦਰ ਸਰੀਰ ਅੱਗੇ ਮਿਲਦਾ ਹੈ। ਐਵੇਂ ਨਹੀਂ ਸੁੰਦਰ ਸਰੀਰ ਮਿਲਦੇ, ਸੁੰਦਰ ਕੰਮ ਕੀਤੇ ਹੁੰਦੇ ਨੇ। ਜਿਨ੍ਹਾਂ ਨੇ ਕੁਚੱਜੇ ਕੰਮ ਕੀਤੇ, ਮਾੜੇ ਕੰਮ ਕੀਤੇ ਹੁੰਦੇ ਨੇ, ਉਹ ਅੰਨੇ, ਕਾਣੇ, ਲੰਗੜੇ, ਲੂਲੇ, ਵਿੰਗੇ, ਟੇਢੇ ਇਹੋ ਜਿਹੇ ਜੰਮਦੇ ਨੇ ਵੀ ਭੋਗੀ ਜਾ, ਹੁਣ ਤੂੰ ਲੋਕਾਂ ਨੂੰ ਦੁੱਖ ਦਿੰਦਾ ਸੀ, ਲੈ ਰਹਿ ਹੁਣ ਤੂੰ ਦੁਖੀ ਹੈ। ਅਗਰ ਪਰਮਾਤਮਾ ਨੇ ਸੁੰਦਰਤਾ ਦਿੱਤੀ ਹੈ ਤਾਂ ਬਸ ਤੁਹਾਡਾ ਮਗਰ ਵਧੀਆ ਜੀਵਨ ਸੀ। ਹਾਂ, ਅਤੇ ਉਹਦਾ ਧੰਨਵਾਦ ਕਰਨਾ ਪਰ ਸੱਚੇ ਪਾਤਸ਼ਾਹ ਤੈਂ ਸੁੰਦਰਤਾ ਦਿੱਤੀ ਹੈ। ਸੋ ਨਹੀਂ ਤਾਂ ਫਿਰ ਕਹਿੰਦੇ ਉਹੀ ਅੱਖਾਂ ਪੰਛੀ ਆ ਕੇ ਬੈਠਣਗੇ, ਆਲਣੇ ਬਣਾਉਣਗੇ, ਬੱਚੇ ਦੇਣਗੇ ਉੱਥੇ। ਫਰੀਦਾ ਕੂਕੇਂਦਿਆਂ ਚਾਂਗੇਂਦਿਆਂ ਮੱਤੀ ਦਿੰਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈ ਚਿਤ। ਕੂਕੇਂਦਿਆਂ ਕੂਕਾਂ ਮਾਰਦੇ, ਚਾਂਗੇਂਦਿਆਂ ਚਾਂਗਾਂ ਮਾਰਦੇ। ਇੱਥੇ ਤਾਂ ਚੀਕਾਂ, ਕਿਉਂ ਚੀਕਾਂ ਮਾਰਿਆ ਹੋਏ? ਪਾਕਿਸਤਾਨ ਗਏ, ਕਿਉਂ ਚਾਂਗਾ ਮਾਰੇ? ਚੀਕਾਂ ਮਾਰਨ। ਕੂਕਾਂ ਮਾਰਦਿਆਂ, ਚੀਕਾਂ ਮਾਰਦਿਆਂ, ਮੱਤੀ ਦਿੰਦਿਆਂ ਨਿੱਤ, ਰੋਜ਼ ਮੱਤਾਂ ਦਿੰਦਿਆਂ। ਹੁਣ ਸੰਤ ਮਹਾਤਮਾ ਸਾਰੇ ਜਿਹੜੇ ਨੇ ਦੀਵਾਨ ਲਾ ਲਾ ਕੇ, ਸਾਤਸੰਗ ਕਰ ਕਰਕੇ ਦੱਸਦੇ ਰਹਿੰਦੇ, ਭਾਈ ਨਾਮ ਜਪੋ, ਨਾਮ ਜਪੋ। ਉਹ ਕੂਕ ਰਹੇ ਨੇ, ਚੀਕਾਂ ਮਾਰ ਰਹੇ ਨੇ, ਮੱਤਾਂ ਦੇ ਰਹੇ ਨੇ। ਭਾਵ ਉੱਚੀ 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 ਬੋਲ ਕੇ ਕਹਿੰਦੇ ਰੋਜ਼ ਤੈਨੂੰ ਮੱਤਾਂ ਦੇ ਰਹੇ ਨੇ। ਜੋ ਸ਼ੈਤਾਨ ਵੰਜਾਇਆ, ਪਰ ਸ਼ੈਤਾਨ ਨੇ ਜਿਨ੍ਹਾਂ ਨੂੰ ਦੂਜੇ ਪਾਸੇ ਨੂੰ ਲਾਤਾ, ਮਾੜੇ ਪਾਸੇ ਨੂੰ ਲਾਤਾ ਨਾ, ਸੇ ਕਿਤ ਫੇਰੈ ਚਿੱਤ, ਉਹ ਆਪਣਾ ਮਨ ਕਿਵੇਂ ਇੱਧਰ ਪਰਮਾਤਮਾ ਵੱਲ ਮੋੜ ਸਕਦੇ ਨੇ? ਕਿਉਂਕਿ ਮਨ ਸ਼ੈਤਾਨ ਹੈ। ਇਹਨੇ ਜਿਹੜਾ ਹੈ ਕੁਸੰਗਤ ਕਰ ਲਏ। ਹੁਣ ਕੁਸੰਗੀਆਂ ਨੂੰ ਗੁਰੂ ਕੀ, ਮਹਾਂਪੁਰਖ ਹੀ ਕਹਿੰਦੇ ਰਹਿੰਦੇ ਨੇ, ਥਾਂ ਥਾਂ ਪਹੁੰਚ ਕੇ, ਭਾਈ ਤੂੰ ਇਸ ਤਰ੍ਹਾਂ ਨਾ ਕਰੋ। ਉਹ ਸੁਣਦੇ ਹੀ ਨਹੀਂ ਹੈਗੇ। ਪਹਿਲਾਂ ਤਾਂ ਉੱਥੇ ਆਉਂਦੇ ਹੀ ਨਹੀਂ, ਕਿਉਂਕਿ ਉਹਨਾਂ ਦੀ ਰੁਚੀ ਨਹੀਂ ਹੁੰਦੀ। ਸ਼ਰਾਬੀ ਕਬਾਬੀ ਦੀ, ਜੂਏ ਬਾਜ ਦੀ, ਪੁੱਠੇ ਕੰਮ ਕਰਨ ਵਾਲਿਆਂ ਦੀ ਜਿਹੜਾ ਸਾਤਸੰਗ 'ਚ ਰੁਚੀ ਹੀ ਨਹੀਂ, ਉਹ ਆਉਂਦੇ ਹੀ ਨਹੀਂ। ਪਹਿਲਾਂ ਤਾਂ ਆਉਂਦੇ ਹੀ ਨਹੀਂ। ਜੇ ਆਉਂਦੇ ਨੇ ਫਿਰ ਪਰਵਾਹ ਨਹੀਂ ਕਰਦੇ, ਸੁਣਦੇ ਨਹੀਂ ਹੈਗੇ। ਕਿਉਂ? ਜਿਹੜਾ ਅੰਦਰ ਸ਼ੈਤਾਨ ਬੈਠਾ ਹੈ ਉਹਨੇ ਉਹਦਾ ਮਨ ਹੀ ਦੂਜੇ ਪਾਸੇ ਨੂੰ ਮੋੜਤਾ, ਇਸ ਨੂੰ ਇੱਧਰਲੇ ਪਾਸੇ ਨੂੰ ਮੁੜਦਾ ਹੀ ਨਹੀਂ ਉਹ। ਕਿਉਂਕਿ ਕੁਸੰਗੀਆਂ ਦੀ ਸੰਗਤ ਮਿਲ ਗਈ, ਉਹ ਫਿਰ ਹੁਣ ਇੱਧਰ ਨੂੰ ਆਉਂਦਾ ਨਹੀਂ ਹੈ। ਮੈਂ ਦੇਖਿਆ ਕਈ ਜਿਹੜੇ ਨੇ ਪਹਿਲਾਂ ਕੁਸੰਗੀਆਂ 'ਚ ਰਹਿੰਦੇ ਸਨ,
ਫਿਰ ਸਾਤਸੰਗ ਕਰਨ ਲੱਗ ਪਏ। ਉਹ ਪਹਿਲੇ ਕੁਸੰਗੀ ਕਹੀ ਜਾਣਗੇ, ਆਹ ਤੂੰ ਕੀ ਕਰਦਾ ਯਾਰ, ਹੈ ਸਾਡੇ ਨੂੰ ਖਾ ਪੀ ਮੌਜ ਕਰ, ਆਹੀ ਵੇਲਾ। ਫਿਰ ਪਤਾ ਨਹੀਂ ਮੌਕਾ ਮਿਲੇ ਨਾ ਮਿਲੇ, ਉਹਨੂੰ ਕਹਿੰਦੇ ਰਹਿੰਦੇ ਨੇ, ਵਾਪਸ ਲਿਆਉਣ ਦੀ ਕੋਸ਼ਿਸ਼ ਕਰਦੇ ਨੇ। ਕਿਉਂਕਿ ਜਿਹੋ ਜਿਹਾ ਇਨਸਾਨ ਹੁੰਦਾ ਦੂਜੇ ਨੂੰ ਉਹੋ ਜਿਹਾ ਬਣਾਉਣਾ ਚਾਹੁੰਦਾ। ਸਾਡੀ ਆਦਤ ਹੈ ਕਿ ਅਸੀਂ ਜਿਹੋ ਜਿਹਾ ਆਪ ਹਾਂ ਦੂਜੇ ਨੂੰ ਵੀ ਉਹੋ ਜਿਹਾ ਬਣਾਉਣਾ ਚਾਹੁੰਦੇ ਹਾਂ। ਪੀਣ ਵਾਲਾ ਕਹਿੰਦਾ ਦੂਜੇ ਵੀ ਪੀਣ ਵਾਲੇ ਹੋਣ, ਜਿਹੜਾ ਵੈਸ਼ਨੂੰ ਕਹਿੰਦੇ ਨਹੀਂ ਭਾਈ ਵੈਸ਼ਨੂੰ ਹੋਣਾ ਚਾਹੀਦਾ, ਹੈ ਨਾ। ਇਸ ਤਰੀਕੇ ਦੇ ਸਾਰੇ ਪੀਣ ਵਾਲੇ ਕਹਿੰਦੇ ਸਾਡੀ ਗਿਣਤੀ ਵਧੇ, ਵੈਸ਼ਨੂੰ ਕਹਿੰਦੇ ਨੇ ਸਾਡੀ ਗਿਣਤੀ ਵਧੇ, ਨਾਸਤਕ ਕਹਿੰਦੇ ਨੇ ਸਾਡੀ ਗਿਣਤੀ ਵਧੇ, ਆਸਤਕ ਕਹਿੰਦੇ ਨੇ ਸਾਡੀ ਗਿਣਤੀ ਵਧੇ। ਇਸ ਲਈ ਕਹਿੰਦੇ ਇਹਨੂੰ ਮੱਤਾਂ ਦਿੰਦੇ ਰਹਿੰਦੇ ਨੇ, ਇਸ 'ਤੇ ਕੋਈ ਅਸਰ ਨਹੀਂ, ਕਿਉਂਕਿ ਅੰਦਰ ਸ਼ੈਤਾਨ ਬੈਠਾ ਹੈ। ਹੁਣ ਸ਼ੈਤਾਨ ਨੇ ਹੀ ਐਡਮ ਅਤੇ ਈਵ ਨੂੰ ਸਵਰਗ 'ਚ ਕਢਾਇਆ। ਚੰਗੇ ਭਲੇ ਰਹਿੰਦੇ ਸਨ, ਸ਼ੈਤਾਨ ਨੇ ਆ ਕੇ ਪੁੱਠੀ ਮੱਤ ਦਿੱਤੀ। ਪਰਮਾਤਮਾ ਨੇ ਕਿਹਾ ਵੀ ਆਹ ਫਲ ਨਹੀਂ ਖਾਣਾ, ਉਹ ਆ ਕੇ ਕਹਿੰਦਾ ਸਭ ਤੋਂ ਮਿੱਠਾ ਹੀ ਫਲ ਇਹ ਹੈ। ਪਰਮਾਤਮਾ ਕਹਿੰਦਾ ਕਿੰਨਾ ਚਲਾਕ ਹੈ, ਤੈਨੂੰ ਬਕ ਬਕੇ ਫਲ ਖਾਣ ਨੂੰ ਦੇ ਦੇ, ਮਿੱਠਾ ਆਪਣੇ ਲਈ ਰੱਖ ਲਿਆ ਹੈ, ਤੁਸੀਂ ਖਾ ਕੇ ਤਾਂ ਦੇਖੋ। ਉਹ ਵਿਚਾਰੇ ਪਹਿਲਾਂ ਨਾ ਨੁਕਰ ਕਰਦੇ ਰਹੇ, ਪਰ ਉਹ ਕਹੀ ਗਿਆ ਕਹੀ ਗਿਆ ਕਹੀ ਗਿਆ, ਉਹ ਮਨ 'ਤੇ ਅਸਰ ਹੋ ਗਿਆ, ਉਹਨਾਂ ਨੇ ਫਲ ਖਾ ਲਿਆ। ਜਦ ਫਲ ਖਾ ਲਿਆ ਉਹਨਾਂ ਨੂੰ ਗਿਆਨ ਹੋ ਗਿਆ, ਇਹ ਬੰਦਾ ਅਤੇ ਮੈਂ ਜਨਾਨੀ, ਗਿਆਨ ਹੋ ਗਿਆ। ਪਹਿਲਾਂ ਕੋਈ ਗਿਆਨ ਨਹੀਂ ਸੀ, ਇਹ ਵੀ ਗਿਆਨ ਹੋ ਗਿਆ, ਅਸੀਂ ਨੰਗੇ ਹਾਂ। ਜਦੋਂ ਪਰਮਾਤਮਾ ਆਇਆ ਉਹਨੂੰ ਪਤਾ ਲੱਗ ਗਿਆ ਵੀ ਅੱਛਾ, ਉਹਨੂੰ ਗੁੱਸਾ ਚੜਿਆ ਕਿ ਮੈਂ ਤੁਹਾਨੂੰ ਕਿਹਾ ਸੀ ਫਲ ਨਹੀਂ ਖਾਣਾ, ਤੁਸੀਂ ਕਿਉਂ ਖਾਧਾ, ਤੁਸੀਂ ਕਿਉਂ ਖਾਧਾ। ਉਹਨੂੰ ਗੁੱਸਾ ਆਇਆ, ਕਹਿੰਦੇ ਉਹਨੇ ਧੱਕਾ ਮਾਰਿਆ ਦੋਨਾਂ ਨੂੰ ਕਿ ਦਫਾ ਹੋ ਜਾਓ, ਸਵਰਗ ਦੇ ਵਿੱਚੋਂ ਮਾਤ ਲੋਕ 'ਤੇ ਸੁੱਟਦਾ, ਕਿ ਜਾਓ ਦਫਾ ਹੋਵੋ, ਆਪ ਆਉਣਾ ਕਰੀ ਜਾਓ, ਹੁਣ ਭਰੀ ਜਾਓ। ਇਹ ਅੰਦਰ ਸ਼ੈਤਾਨ ਬੈਠਾ, ਸਾਡੇ ਅੰਦਰ ਹੀ ਦੇਵਤਾ ਬੈਠਾ ਹੈ, ਸਾਡੇ ਅੰਦਰ ਹੀ ਸ਼ੈਤਾਨ ਬੈਠਾ ਹੈ। ਸਿਰਫ ਇੰਨੇ ਕਿ ਉਹੋ ਜਿਹੀ ਸਾਨੂੰ ਸੰਗਤ ਮਿਲਣ ਦੀ ਲੋੜ ਹੈ। ਸਾਡੇ ਅੰਦਰ ਚੋਰ ਵੀ ਹੈ, ਸਾਡੇ ਅੰਦਰ ਸਾਧ ਵੀ ਹੈ, ਦੋਨੋਂ ਚੀਜ਼ਾਂ ਸਾਡੇ ਅੰਦਰ ਨੇ। ਟੋਟਲ ਸਾਧ ਸਾਡੇ ਅੰਦਰ ਨਹੀਂ, ਟੋਟਲ ਚੋਰ ਸਾਡੇ ਅੰਦਰ ਨਹੀਂ। ਉਹ ਤਾਂ ਲੱਖਾਂ 'ਚੋਂ ਕੋਈ ਇੱਕ ਬੰਦਾ ਹੁੰਦਾ ਵੀ ਜਿਹੜਾ ਟੋਟਲ ਚੋਰ ਹੋਵੇ, ਸਾਧ ਵਾਲੀ ਕੋਈ ਗੱਲ ਨਾ ਹੋਵੇ, ਜਾਂ ਟੋਟਲ ਸਾਧ ਹੋਵੇ, ਚੋਰ ਵਾਲੀ ਕੋਈ ਗੱਲ ਨਾ, ਉਹ ਤਾਂ ਲੱਖਾਂ 'ਚ ਇੱਕ ਅੱਧਾ ਹੁੰਦਾ। ਨਹੀਂ ਤਾਂ ਗੁਣ ਔਗਣ ਹਰ ਇਨਸਾਨ 'ਚ ਥੋੜ੍ਹੇ ਬਹੁਤੇ ਹੁੰਦੇ ਨੇ। ਹੁਣ ਸਾਡੇ ਅੰਦਰ ਚੋਰ ਹੀ ਬੈਠਾ ਹੈ, ਸਾਡੇ ਅੰਦਰ ਸਾਧ ਹੀ ਬੈਠਾ ਹੈ। ਜੇ ਤਾਂ ਅਸੀਂ ਸਾਧ ਬਣਨੇ ਤਾਂ ਫਿਰ ਸਾਨੂੰ ਸਾਧੂਆਂ ਦੀ ਸੰਗਤ ਕਰਨੀ ਪਏਗੀ, ਅਤੇ ਜੇ ਚੋਰ ਬਣਨੇ ਤਾਂ ਫਿਰ ਚੋਰਾਂ ਦੀ ਸੰਗਤ ਕਰਨੀ ਪਏਗੀ। ਸਾਡੇ ਦੋਨੋਂ ਸਾਡੇ ਅੰਦਰ ਨੇ, ਸਿਰਫ ਬਾਹਰੋਂ ਹੀ ਸਾਨੂੰ ਸੰਗਤ ਚਾਹੀਦੀ ਹੈ, ਅੰਦਰਲਾ ਚੋਰ ਪ੍ਰਗਟ ਹੋ ਜਾਏਗਾ। ਬਾਹਰੋਂ ਜਦੋਂ ਚੋਰਾਂ ਦੀ ਸੰਗਤ ਕਰਾਂਗੇ, ਅੰਦਰ ਜਿਹੜਾ ਚੋਰ ਬੈਠਾ ਉਹ ਪ੍ਰਗਟ ਹੋ ਜਾਏਗਾ, ਅਸੀਂ ਵੀ ਲੱਗ ਜਾਵਾਂਗੇ ਚੋਰੀ ਕਰ। ਸਾਡੇ ਅੰਦਰ ਸਾਧ ਵੀ ਹੈ, ਜਦੋਂ ਅਸੀਂ ਬਾਹਰੋਂ ਸਾਨੂੰ ਸਾਧੂਆਂ ਦੀ ਸੰਗਤ ਕਰਾਂਗੇ, ਸਾਡੇ ਅੰਦਰ ਸਾਧੂ ਜਿਹੜਾ ਹੈ ਉਹ ਪ੍ਰਗਟ ਹੋ ਜਾਏਗਾ। ਇਹ ਤਾਂ ਅਸੀਂ ਫੈਸਲਾ ਕਰਨਾ ਹੈ ਕਿ ਅਸੀਂ ਆਪਣੇ ਅੰਦਰੋਂ ਕੀ ਪ੍ਰਗਟ ਕਰਨਾ। ਸਾਡੇ ਅੰਦਰ ਸਭ ਕੁਛ ਹੈ, ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੇ। ਜੋ ਸੰਸਾਰ ਵਿੱਚ ਹੈ ਉਹ ਸਾਰਾ ਕੁਝ ਸਾਡੇ ਅੰਦਰ ਹੈ। ਇਹ ਤਾਂ ਮਨੁੱਖ ਨੇ ਫੈਸਲਾ ਕਰਨਾ ਕਿ ਆਪਣੇ ਅੰਦਰੋਂ ਕੀ ਪ੍ਰਗਟ ਕਰਨਾ। ਬਸ ਇਹ ਕਹਿੰਦੇ ਮੈਂ ਆਪਣੇ ਅੰਦਰ ਡਾਕਟਰ ਪ੍ਰਗਟ ਕਰਨਾ, ਕਰ ਸਕਦੇ ਹੋ, ਉਹਨੂੰ ਡਾਕਟਰਾਂ ਦੀ ਸੰਗਤ ਕਰਨੀ ਪਏਗੀ। ਉਹਨਾਂ ਦੀ ਸੰਗਤ ਕਰਦਿਆਂ 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 ਅੰਦਰ ਡਾਕਟਰ ਪੈਦਾ ਹੋ ਜਾਏਗਾ। ਮੈਂ ਜੀ ਇੰਜੀਨੀਅਰ ਬਣਨਾ, ਫਿਰ ਇੰਜੀਨੀਅਰਾਂ ਦੀ ਸੰਗਤ ਕਰਨੀ ਪਏਗੀ। ਇੰਜੀਨੀਅਰਿੰਗ ਕਾਲਜ ਜਾਣਾ ਪਏਗਾ ਨਾ, ਉੱਥੇ ਪ੍ਰੋਫੈਸਰ ਇੰਜੀਨੀਅਰ ਹੀ ਹੁੰਦੇ ਨੇ ਨਾ। ਉਹਨੇ ਜੇ ਸੰਗਤ ਕਰਾਂਗੇ ਆਪਣੇ ਅੰਦਰ ਇੰਜੀਨੀਅਰ ਪ੍ਰਗਟ ਹੋ ਜਾਏਗਾ। ਆਪਣੇ ਸਾਧ ਪ੍ਰਗਟ ਕਰਨੇ, ਫਿਰ ਸਾਧੂਆਂ ਦੀ ਸੰਗਤ ਕਰਨੀ ਪਏਗੀ। ਡਾਕੂ ਪ੍ਰਗਟ ਕਰਨੇ ਤਾਂ ਡਾਕੂਆਂ ਦੀ ਸੰਗਤ ਕਰਨੀ ਪਏਗੀ। ਇਹ ਤਾਂ ਹੈ ਵੀ ਤੁਸੀਂ, ਇਹ ਤਾਂ ਮਨੁੱਖ ਨੇ ਵੇਖਣਾ। ਜੇ ਰੱਬ ਪ੍ਰਗਟ ਕਰਨਾ ਆਪਣੇ ਅੰਦਰੋਂ ਤਾਂ ਫਿਰ ਜਿਨ੍ਹਾਂ ਦੇ ਅੰਦਰ ਰੱਬ ਪ੍ਰਗਟ ਹੋ ਗਿਆ ਸੀ ਉਹਨਾਂ ਦੀ ਸੰਗਤ ਕਰੋ, ਸਾਧੂਆਂ ਦੀ ਸੰਗਤ ਕਰੋ, ਗੁਰੂ ਦੀ ਸੰਗਤ ਕਰੋ, ਤੁਹਾਡੇ ਅੰਦਰ ਰੱਬ ਪ੍ਰਗਟ ਹੋ ਜਾਏਗਾ। ਇੰਨੇ ਕਿਸੇ ਛੇਤੀ ਹੋ ਜਾਏਗਾ, ਕਿਸੇ ਨੂੰ ਦੇਰ ਹੋ ਜਾਏਗਾ ਜ਼ਰੂਰ, ਕਿਉਂਕਿ ਸਾਡੇ ਅੰਦਰ ਸਭ ਕੁਛ ਹੈ। ਅਸੀਂ 84 ਲੱਖ ਜੂਨੀਆਂ ਬਤੀਤ ਕੀਤੀਆਂ, ਉਹ ਸਾਰੀਆਂ ਜੂਨੀਆਂ ਸਾਡੇ ਅੰਦਰ ਨੇ। ਕੀੜੇ ਵੀ ਸਾਡੇ ਅੰਦਰ ਨੇ, ਪੰਛੀ ਵੀ ਸਾਡੇ ਅੰਦਰ ਹੈ, ਕੁੱਤਾ ਵੀ ਸਾਡੇ ਅੰਦਰ ਹੈ, ਗਧਾ ਵੀ ਸਾਡੇ ਅੰਦਰ ਹੈ।
ਤਾਂ ਕਹਿੰਦਾ ਕਿਉਂ ਕੁੱਤੇ ਅੰਗ ਭੌਂਕਦਾ। ਉਦੋਂ ਸਾਡੇ ਅੰਦਰ ਕੁੱਤਾ ਪ੍ਰਗਟ ਹੋ ਗਿਆ ਕਿ ਅਸੀਂ ਭੌਂਕਣ ਲੱਗ ਗਏ। ਉਹ ਜਾ ਗਧਿਆ, ਇਹਦਾ ਮਤਲਬ ਉਦੋਂ ਸਾਡੇ ਅੰਦਰ ਗਧਾ ਹੈ, ਅਸੀਂ ਮੂਰਖ ਹਾਂ। ਤਾਂ ਹੀ ਸਾਡੇ ਅੰਦਰ ਗਧਾ ਵੀ ਹੈ, ਸਾਡੇ ਅੰਦਰ ਕੁੱਤਾ ਵੀ ਹੈ, ਸਾਡੇ ਅੰਦਰ ਸ਼ੇਰ ਹੈ। ਉਹ ਵਾਹ ਮੇਰਾ ਸ਼ੇਰ ਪੁੱਤ। ਉਹ ਜਾ ਗਿੱਦੜਾ, ਅੰਦਰ ਗਿੱਦੜ ਵੀ ਹੈ। ਹਾਂ, ਐਵੇਂ ਨਹੀਂ ਗਾ, ਸਾਡੇ ਅੰਦਰ ਸਭ ਕੁਛ ਹੈ। ਫਰਾਂਸ ਦਾ ਬੜਾ ਪ੍ਰਸਿੱਧ ਰਾਈਟਰ ਹੋਇਆ ਹੈ, ਉਹਦੀ ਸਾਨੂੰ ਫਿਲਾਸਫੀ ਲੱਗੀ ਹੋਈ ਸੀ। ਕਹਿੰਦਾ ਬੱਚੇ ਨੂੰ ਬਾਹਰੋਂ ਗਿਆਨ ਦੇਣ ਦੀ ਲੋੜ ਨਹੀਂ, ਗਿਆਨ ਉਹਨੂੰ ਹੈ, ਸਿਰਫ ਉਹਦੇ ਗਿਆਨ ਨੂੰ ਤੁਸੀਂ ਪ੍ਰਗਟ ਕਰਨਾ। ਬਾਹਰੋਂ ਉਹੋ ਜਿਹਾ ਵਾਤਾਵਰਨ ਦੇ ਦਿਓ, ਅੰਦਰ ਪ੍ਰਗਟ ਹੋ ਜਾਏਗਾ। ਹੋਰ ਕੀ ਹੈ? ਸਕੂਲ ਨੇ ਤਾਂ ਉਹੋ ਜਿਹਾ ਵਾਤਾਵਰਨ ਦੇਣਾ, ਤੁਸੀਂ ਉਹਦੇ ਵਿੱਚੋਂ ਕੀ ਪ੍ਰਗਟ ਕਰਨਾ, ਉਹੋ ਜਿਹੇ ਸਕੂਲ ਤੁਹਾਨੂੰ ਲਿਜਾਣਾ ਪੈਣਾ। ਹੁਣ ਤੁਸੀਂ ਉਸ ਨੂੰ ਪਲੇਅਰ ਬਣਾਉਣਾ ਹੈ ਤਾਂ ਐਸੇ ਸਕੂਲ 'ਚ ਲਿਜਾਣਾ ਪਏਗਾ ਉਸ ਨੂੰ ਜਿੱਥੇ ਖੇਡਾਂ ਦਾ ਪ੍ਰਬੰਧ ਹੋਵੇ, ਤਾਂ ਹੀ ਉਹਦੇ ਅੰਦਰ ਪਲੇਅਰ ਪ੍ਰਗਟ ਹੋਵੇਗਾ। ਜੇ ਉਹਨੂੰ ਮੌਕਾ ਹੀ ਨਹੀਂ ਮਿਲਦਾ ਫਿਰ ਕਿਵੇਂ ਹੋਏਗਾ ਉਹ? ਇਸ ਲਈ ਬੜੀ ਜ਼ਬਰਦਸਤ ਗੱਲ ਹੈ ਕਿ ਮਨੁੱਖ ਦੇ ਅੰਦਰ ਸਭ ਕੁਛ ਹੈ, ਸਿਰਫ ਇਹਨੇ ਫੈਸਲਾ ਕਰਨਾ ਹੈ ਕਿ ਤੂੰ ਆਪਣੇ ਅੰਦਰੋਂ ਕੀ ਪ੍ਰਗਟ ਕਰਨਾ। ਜਦੋਂ ਇਹ ਫੈਸਲਾ ਕਰ ਲੇਗਾ ਮੈਂ ਆਪਣੇ ਅੰਦਰੋਂ ਆਹ ਪ੍ਰਗਟ ਕਰਨਾ, ਤਾਂ ਫਿਰ ਉਹਨੂੰ ਉਹਨਾਂ ਲੋਕਾਂ ਦੀ ਸੰਗਤ ਲਗਾਤਾਰ ਕਰਨੀ ਪੈਗੀ, ਉਹਦੇ ਅੰਦਰ ਉਹੀ ਚੀਜ਼ ਪ੍ਰਗਟ ਹੋ ਜਾਏਗੀ, ਉਹੀ ਚੀਜ਼ ਪ੍ਰਗਟ ਹੋ ਜਾਏਗੀ। ਸੋ ਤਾਂ ਫਿਰ ਕਹਿੰਦੇ ਹੁਣ ਅੰਦਰ ਸ਼ੈਤਾਨ ਬੈਠਾ ਹੈ, ਤੁਸੀਂ ਸ਼ੈਤਾਨਾਂ ਦੀ ਕੀਤੀ ਸੰਗਤ, ਤੁਹਾਡੇ ਅੰਦਰ ਸ਼ੈਤਾਨ ਪ੍ਰਗਟ ਹੋ ਗਿਆ। ਅੰਦਰ ਸ਼ੈਤਾਨ ਹੀ ਬੈਠਾ ਹੈ। ਸਾਧੂ ਦੀ ਸੰਗਤ ਕਰਦੇ ਰਹੇ, ਸ਼ੈਤਾਨ ਦੱਬਿਆ ਰਿਹਾ ਵੀ ਨਹੀਂ ਇੱਥੇ ਨਹੀਂ ਮੇਰੀ ਬੁੱਕ ਚੱਲਦੀ, ਇਸ ਲਈ ਉਹ ਵਿਚਾਰਾ ਚੁੱਪ ਬੈਠਾ ਹੈ। ਅੰਦਰ ਜਿਹੜਾ ਸਾਧੂ ਹੈ ਉਹ ਪ੍ਰਗਟ ਹੋ ਰਿਹਾ ਹੈ। ਜਦੋਂ ਅਸੀਂ ਸ਼ੈਤਾਨਾਂ ਦੀ ਸੰਗਤ ਕੀਤੀ, ਸਾਡੇ ਅੰਦਰਲਾ ਸ਼ੈਤਾਨ ਪ੍ਰਗਟ ਹੋ ਗਿਆ, ਸਾਨੂੰ ਪੁੱਠੇ ਪਾਸੇ ਲਾਤਾ ਉਸਨੇ ਵੀ ਚੱਲ ਬਈ ਆ ਤੈਨੂੰ ਹਟਾਉਣਾ, ਮੈਂ ਗੁਰਦੁਆਰੇ ਤੋਂ ਪਹਿਲਾਂ ਜਾਂਦੇ ਸੀ, ਆ ਜਾ ਤੈਨੂੰ ਲਿਜਾਣਾ ਠੇਕੇ ਦੇ। ਸੋ ਇਸ ਲਈ ਤਾਂ ਬਾਣੀ ਸਾਨੂੰ ਦੱਸਦੀ ਹੈ ਕਿ ਭਾਈ ਜਿਨ੍ਹਾਂ ਨੂੰ ਸ਼ੈਤਾਨ ਨੇ ਪੁੱਠੇ ਪਾਸੇ ਲਾਤਾ ਉਹ ਕਿਵੇਂ ਆਪਣਾ ਚਿੱਤ ਫੇਰਨਗੇ? ਉਹ ਤਾਂ ਤਾਂ ਹੀ ਹੋਏਗਾ ਜੇ ਭਾਈ ਦੂਜਿਆਂ ਦੀ ਜਾ ਕੇ ਸੰਗਤ ਕਰਨ। ਇਸ ਲਈ ਗੁਰਬਾਣੀ ਨੇ ਜ਼ੋਰ ਦਿੱਤਾ ਕਿ ਤੁਸੀਂ ਸਤ ਸੰਗਤ ਕਰੋ। ਤੁਹਾਡੇ ਅੰਦਰ ਜਿੰਨੀਆਂ ਚੰਗਿਆਈਆਂ ਨੇ ਸਤਸੰਗ ਕਰਦਿਆਂ ਕਰਦਿਆਂ ਪ੍ਰਗਟ ਹੋ ਜਾਣਗੀਆਂ, ਬੁਰਾਈਆਂ ਹੌਲੀ ਹੌਲੀ ਖਤਮ ਹੋ ਜਾਣਗੀਆਂ। ਸਤਸੰਗ ਕਰਦੇ ਰਹੋ, ਕਿਉਂਕਿ ਗੁਰੂ ਨੇ ਸਾਨੂੰ ਰੋਜ਼ ਸਿੱਖਿਆ ਦੇਣੀ ਹੈ। ਸਾਡੇ ਅੰਦਰ ਚੰਗਿਆਈਆਂ ਵੀ ਨੇ, ਸਾਡੇ ਅੰਦਰ ਬੁਰਾਈਆਂ ਵੀ ਨੇ। ਜਦੋਂ ਅਸੀਂ ਸਤਸੰਗ ਕਰਾਂਗੇ ਚੰਗਿਆਈਆਂ ਪ੍ਰਗਟ ਹੋ ਜਾਣਗੀਆਂ, ਜਦੋਂ ਅਸੀਂ ਕੁਸੰਗਤ ਕਰਾਂਗੇ ਅੰਦਰ ਬੁਰਾਈਆਂ ਪ੍ਰਗਟ ਹੋ ਜਾਣਗੀਆਂ। ਬੁਰਾਈ ਚੰਗਿਆਈ ਸਾਡੇ ਅੰਦਰ ਹੈ। ਇਸ ਲਈ ਵਾਰੀ ਵਾਰੀ ਬਾਣੀ ਸਾਨੂੰ ਸਮਝਾਉਂਦੇ ਰਹੇ, ਭਾਈ ਸਤਸੰਗ ਕਰੋ, ਬਾਣੀ ਪੜ੍ਹੋ, ਨਾਮ ਜਪੋ, ਜਾਂ ਜੋ ਤੁਹਾਡੇ ਅੰਦਰ ਗੁਣ ਹਨ ਹੌਲੀ ਹੌਲੀ ਉਹ ਪ੍ਰਗਟ ਹੋ ਜਾਣ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।